ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ। ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਪਦ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਹਿਨ ਸੁਨਨ ਬਹੁ ਤਬ ਪਇਓ। ਠਹਿਰਿਓ ਅੰਤਮ ਤੰਤ ਨਹ ਨਾਤਾ ਹਮ ਲੋਏ ਹੈ ਅਹੰਕਾਰੀ ਕੁਲਵੰਤ। ਕਹਿਨ ਸੁਨਨ ਬਹੁ ਤਬ ਪਇਓ। ਠਹਿਰਿਓ ਅੰਤਮ ਤੰਤ ਨਹ ਨਾਤਾ ਹਮ ਲੇ ਹੈ ਅਹੰਕਾਰੀ ਕੁਲਵੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਨਿਧ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਹਰਾ ਜਹੂਰ ਨਿਹਚਲ ਚੌਰ ਛਤਰ ਤਖਤ ਦੇ ਮਾਲ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਹਜ਼ੂਰ ਦੇ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ
ਆਪ ਜੀ ਹਾਜ਼ਰੀਆਂ ਭਰ ਕਰਕੇ ਆਪਣਿਆਂ ਨੇਤਰਾਂ ਨੂੰ ਸਫਲ ਬਣਾ ਰਹੇ ਹੋ। ਸੁਭਾਗੇ ਹਾਂ ਨਿਤਾ ਪ੍ਰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਸ਼ਰਵਣ ਕਰਨੇ ਦੇ ਸੁਭਾਗ ਪ੍ਰਾਪਤ ਹੋ ਰਹੇ ਹਨ। ਸਤਿਯੁਗ ਸਤ ਤੇਤਾ ਜੱਗੀ ਦੁਆਪੁਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਕਲ ਯੁਗ ਦੇ ਸਮੇਂ ਅੰਦਰ ਜੇ ਕੋ ਕਰਨ ਯੋਗ ਵਿਦ ਕਰਮ ਹੈ ਸਤ ਸੰਗਤ ਜੀ, ਤਾਂ ਉਹ ਸਾਧ ਸੰਗਤ ਹੈ, ਨਾਮ ਹੈ, ਸੇਵਾ ਹੈ, ਸਿਮਰਨ ਹੈ। ਜਿਨ ਕੇ ਭਾਗ ਵੱਡੇ ਹੈ ਪਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਨਾਲ ਆਪਾਂ ਨਿਤਾ ਪ੍ਰਤ ਗਰੀਬ ਨਵਾਜ ਪਾਤਸ਼ਾਹ ਦਾ ਜੀਵਨ ਪੜ੍ਹ ਸੁਣ ਵਿਚਾਰ ਰਹੇ ਹਾਂ। ਸਵਾਸਾਂ ਨੂੰ ਮਨੁੱਖਾ ਦੇਹੀ ਨੂੰ ਭਜਹੁ ਗੋਬਿੰਦ ਭੂਲ ਮਤ ਜਾਹੂ, ਮਾਨਸ ਜਨਮ ਕਾ ਇਹੀ ਲਾਹੂ। ਪੂਰਾ ਪੂਰਾ ਲਾਹਾ ਪ੍ਰਾਪਤ ਕਰ ਰਹੇ ਹਾਂ। ਕੱਲ ਦੀ ਬਾਣ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਕਿ ਚੰਦੂ ਦੇ ਭੇਜੇ ਹੋਏ ਜਿਹੜੇ ਰਿਸ਼ਤਾ ਲੈ ਕੇ ਜਾਂ ਸ਼ਗਨ ਲੈ ਕੇ ਆਏ ਹੋਏ ਕੋ ਪੰਡਤ ਤੇ ਲਾਗੀ ਸਨ, ਉਹ ਸੱਚੇ ਪਾਤਸ਼ਾਹ ਜੀਆਂ ਦੇ ਘਰ ਵਿੱਚ ਪਹੁੰਚ ਚੁੱਕੇ। ਇਸ ਗੱਲ ਦੀ ਖਬਰ ਹੋਣ ਤੇ ਧੰਨ ਮਾਤਾ ਗੰਗਾ ਜੀਆਂ ਬਹੁਤ ਖੁਸ਼ੀਆਂ ਮਨਾਉਣਾ ਕੀਤੀਆਂ। ਸਾਰੇ ਅੰਮ੍ਰਿਤਸਰ ਨਗਰ ਵਿੱਚ ਬੜੀ ਸੁੰਦਰ ਲਹਿਰ ਦੀ ਦੌੜ ਜਿਹੜੀ ਹੈ, ਲਹਿਰ ਉੱਠ ਚੁੱਕੀ ਹੈ, ਖੁਸ਼ੀਆਂ ਦੀ ਲਹਿਰ ਦੌੜੀ। ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਾਵਨ ਪਵਿੱਤਰ ਸ਼ਗਨ ਕੁੜਮਾਈ ਵੇਖਣ ਵਾਸਤੇ ਵਿਆਕੁਲ ਹੋ ਰਹੇ ਹੈ। ਜਦੋਂ ਸਮਾਂ ਬਣਿਆ ਤੇ ਸੱਚੇ ਪਾਤਸ਼ਾਹ ਜੀਆਂ ਹਰਿਮੰਦਰ ਸਾਹਿਬ ਵਿੱਚ ਆਸਣ ਲਾਇਆ। ਬੇਅੰਤ ਸੰਗਤਾਂ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਈਆਂ। ਦਿੱਲੀ ਤੋਂ ਆਏ ਹੋਏ ਬ੍ਰਾਹਮਣ ਵੀ ਸ਼ਗਨ ਲੈ ਕੇ ਹਰਗੋਬਿੰਦ ਸਾਹਿਬ ਨੂੰ ਤਿਲਕ ਦੇਣ ਲਈ ਪਹੁੰਚੇ, ਚੰਦੂ ਦੇ ਭੇਜੇ ਹੋਏ। ਔਰ ਜਦੋਂ ਸਾਰਾ ਤਿਆਰਾ ਹੋ ਗਿਆ, ਪਾਤਸ਼ਾਹ ਨੇ ਇੱਕ ਸਿੱਖ ਨੂੰ ਭੇਜਿਆ ਵੀ ਜਾਓ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਸਭਾ ਵਿੱਚ ਸੰਗਤ ਵਿੱਚ ਲੈ ਕੇ ਆਂਦਾ ਜਾਵੇ। ਇੱਕ ਸਿੱਖ ਜਾਂ ਕੋਈ 5 ਸਿੱਖ ਹਰਗੋਬਿੰਦ ਸਾਹਿਬਜ਼ਾਦਾ ਨੂੰ ਗੁਰੂ ਕੇ ਮਹਿਲ ਵਾਲੇ ਥਾਂ ਲੈਣ ਗਏ। ਜਾਂਦਿਆਂ ਨੂੰ ਹਰਗੋਬਿੰਦ ਸਾਹਿਬ ਜੀ ਤਿਆਰ ਬਰ ਤਿਆਰ ਹੋ ਰਹੇ, ਸੁੰਦਰ ਚੋਲਾ, ਸੀਸ ਤੇ ਸ਼ੋਭਦਾ ਪਾਤਸ਼ਾਹ ਦੇ ਦੁਮਾਲਾ, ਦੁਮਾਲਿਆਂ ਉੱਪਰ ਪਹਿਨੀ ਹੋਈ ਜਗ੍ਹਾ ਜਿਸ ਦੇ ਵਿੱਚ ਹੀਰਿਆਂ ਦੀ ਜੜਤਕਾਰੀ ਹੋਈ, ਸ਼ੀਸ਼ ਤੇ ਕਲਗੀ ਸ਼ੋਭਦੀ ਹੈ। ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਸ਼ਾਹੇ ਸ਼ਹਿਨਸ਼ਾਹੋ, ਅਜਾਨ ਬਾਹੂ, ਮੀਰੀ ਪੀਰੀ ਦੇ ਬਾਦਸ਼ਾਹ ਪਾਦਸ਼ਾਹ, ਜਿਨ੍ਹਾਂ ਦੀ ਸ਼ੋਭਾ ਵੇਖ ਕੇ ਕਾਮਦੇਵ ਨੂੰ ਵੀ ਲੱਜਾ ਆਵੇ। ਸਭ ਵੇਖ ਵੇਖ ਕੇ ਮਾਤਾ ਗੰਗਾ ਜੀ ਨੂੰ ਵਧਾਈਆਂ ਦਿੰਦੇ ਤੇ ਸਾਹਿਬਜ਼ਾਦਾ ਦਾ ਰੂਪ ਵੇਖ ਵੇਖ ਕੇ ਕਿਸੇ ਨੂੰ ਰੱਜ ਨਹੀਂ ਆ ਰਿਹਾ। ਜਦੋਂ ਹਰਗੋਬਿੰਦ ਸਾਹਿਬ ਜੀ ਚਾਲਾ ਪਾਇਆ, ਗਰੀਬ ਨਵਾਜ ਮਹਾਰਾਜ ਨੇ ਹਰਿਮੰਦਰ ਸਾਹਿਬ ਪਹੁੰਚੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਛੱਡ ਜਿੰਨੀ ਸਿੱਖਾਂ ਦੀ ਸਭਾ ਹੈ, ਪ੍ਰਤਾਪ ਵੇਖ ਕੇ ਰਿਹਾ ਨਾ ਗਿਆ ਤੇ ਸਾਰੇ ਖੜੇ ਹੋਏ। ਸ਼ਗਨ ਲਾਉਣ ਆਏ ਦਿੱਲੀ ਦੇ ਬ੍ਰਾਹਮਣ ਵੇਖ ਵੇਖ ਕੇ ਬਹੁਤ ਹੈਰਾਨ ਹੁੰਦੇ ਹੈ। ਮਨ ਵਿੱਚ ਸੋਚਦੇ ਹੈ ਵੀ ਚੰਦੂ ਕਿੱਡਾ ਮੂਰਖ ਹੈ, ਜਿਨ੍ਹਾਂ ਦੇ ਹਰਗੋਬਿੰਦ ਸਾਹਿਬ ਵਰਗੇ ਜਵਾਈ ਬਣ ਰਹੇ ਹੈ, ਫੇਰ ਵੀ ਆਕੜ ਹੰਕਾਰ ਕਰਦਾ, ਨਭਾਗਾ ਹੈ। ਇਹੋ ਜਿਹਾ ਸੁਭਾਗ ਹੈ, ਕੋਈ ਪਿਛਲਾ ਕਰਮ ਅੱਗੇ ਆ ਰਿਹਾ ਹੈ ਜਿਹੜਾ ਚੰਦੂ ਦਾ ਨਾਤਾ ਇਸ ਘਰ ਨਾਲ ਹੋ ਰਿਹਾ ਹੈ। ਇਧਰ ਸਾਧ ਸੰਗਤ ਦੀ ਚੰਦਨ ਦੀ ਚੌਂਕੀ ਤੇ ਹਜ਼ੂਰ ਨੂੰ ਬਿਠਾਇਆ। ਬ੍ਰਾਹਮਣ ਮਹਾਰਾਜ ਤੋਂ ਸ਼ਗਨ ਲਾਉਣ ਦੀ ਆਗਿਆ ਮੰਗੀ। ਇੰਨੇ ਨੂੰ ਦਿੱਲੀ ਵਾਲੀ ਸੰਗਤ ਦਾ ਭੇਜਿਆ ਹੋਇਆ ਸੇਵਾਦਾਰ ਸਿੱਖ ਚਿੱਠੀ ਲੈ ਕੇ ਮਹਾਰਾਜ ਦੇ ਪਾਸ ਨਮਸਕਾਰ ਕੀਤੀ। ਨਾਲ ਹੀ ਚਿੱਠੀ ਫੜਾ ਕੇ ਬੇਨਤੀ ਕਰ ਦਿੱਤੀ, ਪਾਤਸ਼ਾਹ
ਜਿੰਨੀ ਛੇਤੀ ਹੋ ਸਕੇ ਇਹ ਚਿੱਠੀ ਪਹਿਲਾਂ ਪੜ੍ਹਨਾ, ਬਾਕੀ ਸਾਰੇ ਕਾਰਜ ਫੇਰ ਕਰਨਾ। ਮਹਾਰਾਜ ਦਿੱਲੀ ਦੀ ਸੰਗਤ ਨੇ ਅਰਦਾਸ ਲਿਖ ਕੇ ਭੇਜ ਦਿੱਤੀ ਹੈ ਤੇ ਕਿਰਪਾ ਕਰੋ ਇਕੱਲੇ ਹੋ ਕਰਕੇ ਇਹ ਪੱਤਰ ਪੜ੍ਹ ਲਓ। ਮਹਾਰਾਜ ਉੱਠੇ, ਜਿਹੜਾ ਕੋ ਵਿੱਚ ਕਰਨੀ ਵਾਲਾ ਸਿੱਖ ਬੈਠਾ ਹੈ ਉਹਨੇ ਮਹਾਰਾਜ ਨੂੰ, ਪਾਤਸ਼ਾਹ ਜੀ ਨੂੰ ਇਹ ਬੇਨਤਾ ਕਰ ਦਿੱਤਾ ਕਿ ਹਜ਼ੂਰ, ਜਿਹੜੀ ਚਿੱਠੀ ਤੁਸੀਂ ਛਪਾ ਰਹੇ ਹੋ ਸਾਡੇ ਸਾਰਿਆਂ ਤੋਂ, ਇਹ ਗੱਲ ਭਲਾ ਛੁਪੀ ਰਹੇਗੀ, ਇਹ ਤਾਂ ਪ੍ਰਗਟ ਹੋਣੀਓ ਹੋਣੀ ਹੈ, ਕਿਉਂਕਿ ਇਹ ਸਿੱਖ ਦਾ ਇਸ਼ਾਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਵਾਲੀ ਸਿੱਧਾ ਜਾਣੋ ਵੀ ਪਾਤਸ਼ਾਹ ਜਦੋਂ ਆਪ ਜੀ ਦੀ ਸ਼ਹਾਦਤ ਹੋਵੇਗੀ ਤੇ ਕੀ ਚੰਦੂ ਦੀਆਂ ਖਟਿਆਈਆਂ ਉਦੋਂ ਛੁਪੀਆਂ ਰਹਿਣਗੀਆਂ ਸੰਗਤ ਤੋਂ। ਇਹਦੇ ਕਰਮਾਂ ਵਿੱਚ ਲਾਣਤਾਂ ਤੇ ਉਹ ਇਹਨੂੰ ਪੈ ਕੇ ਰਹਿਣੀਆਂ। ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਗਤ ਨੇ ਇਹਨੂੰ ਰੋਕਿਆ ਵਰਜਿਆ ਤਾਂ ਪਾਤਸ਼ਾਹ ਨੇ ਮਾਹੌਲ ਸ਼ਾਂਤ ਕੀਤਾ। ਗਰੀਬ ਨਵਾਜ ਮਹਾਰਾਜ ਨੇ ਕਹਿ ਦਿੱਤਾ ਵੀ ਜਾਣਦੇ ਤਾਂ ਪਾਤਸ਼ਾਹ ਵੀ ਹਨ ਸਾਰਾ ਕੁਝ, ਤੇ ਗਰੀਬ ਨਵਾਜ ਨੇ ਆਖਿਆ ਭਾਈ ਜਿਵੇਂ ਤੂੰ ਆਣਾ ਕਰਾਂਗੇ ਤਾਂ ਐਵੇਂ ਹੀ, ਪਰ ਰੌਲਾ ਨਹੀਂ ਪਾਈਦਾ। ਜਣਾਇਆ ਮਹਾਰਾਜ ਨੇ ਵੀ ਠੀਕ ਹੈ, ਤੈਨੂੰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਦਕਾ ਕੋਈ ਗਾਂ ਦਾ ਗਿਆਨ ਹੈ, ਭਵਿੱਖਤ ਸਮਾਂ ਤੂੰ ਬੁੱਝ ਲੈਣਾ, ਪਰ ਇਹ ਸ਼ਕਤੀ ਹੁੰਦਿਆਂ ਹੋਇਆਂ ਬਹੁਤਾ ਰੌਲਾ ਨਹੀਂ ਪਾਈਦਾ, ਗੁਪਤ ਰਹੀਦਾ। ਹਜ਼ੂਰ ਨੇ ਚਿੱਠੀ ਪੜ੍ਹੀ, ਚੰਦੂ ਦੀ ਸਾਰੀ ਖੁਟਿਆਈ ਮਹਾਰਾਜ ਨੇ ਫਿਰ ਜਾਣ ਲਈ। ਸਭਾ ਵਿੱਚ ਬਹਿ ਗਏ। ਬ੍ਰਾਹਮਣ ਕਹਿੰਦੇ ਮਹਾਰਾਜ ਲਾਈਏ ਟਿੱਕਾ, ਭਲਾ ਸ਼ਗਨ ਦੀ ਕਰੀਏ ਰੰਭਤਾ। ਹਜ਼ੂਰ ਨੇ ਆਖਿਆ ਨਹੀਂ ਭਾਈ। ਮੁੱਖ ਕੀਤਾ ਬਾਬਾ ਮਹਾਂਦੇਵ ਜੀ ਵੱਲ ਤੇ ਕਿਹਾ ਬਾਬਾ ਮਹਾਂਦੇਵ ਜੀ, ਬਾਬਾ ਬੁੱਢਾ ਸਾਹਿਬ, ਮਾਮਾ ਭਾਈ ਗੁਰਦਾਸ ਜੀ, ਤੁਸੀਂ ਸਿਆਣੇ ਸਿੱਖ ਦੱਸੋ ਵੀ ਦਿੱਲੀ ਦੀ ਸੰਗਤ ਨੇ ਚਿੱਠੀ ਭੇਜੀ ਹੈ, ਚੰਦੂ ਆਪਦੇ ਆਪ ਨੂੰ ਚੁਬਾਰਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਖੂਹ ਦੱਸਦਾ। ਅਸੀਂ ਸੋਚਦੇ ਹਾਂ ਵੀ ਇਹੋ ਜਿਹੇ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ। ਇਹਨਾਂ ਨੇ ਵੀ ਆਖਿਆ ਬਿਲਕੁਲ ਪਾਤਸ਼ਾਹ, ਆਪ ਜੀ ਦਾ ਖਿਆਲ ਠੀਕ ਹੈ, ਹੰਕਾਰੀਆਂ ਦੇ ਨਾਲ ਮੁੱਢ ਕਦੀਮੋਂ ਹੀ ਭਗਤਾਂ ਸੰਤਾਂ ਦੇ ਘਰ ਦੀ ਨਹੀਂ ਬਣੀ। ਤੇ ਪਾਤਸ਼ਾਹ ਮਹਾਰਾਜ ਦੇ ਜਦੋਂ ਇਹ ਵਿਚਾਰ ਸੁਣੇ ਤੇ ਬ੍ਰਾਹਮਣਾਂ ਖਿਆਲ ਕੀਤਾ, ਚਲਾਕੀ ਵਰਤੀ ਵੀ ਮਹਾਰਾਜ ਮਹੂਰਤ ਲੰਘਿਆ ਜਾ ਰਿਹਾ ਹੈ, ਛੇਤੀ ਕਰੀਏ ਸ਼ਗਨ ਲਾਈਏ। ਹਜ਼ੂਰ ਨੇ ਸਪਸ਼ਟ ਕਹਿ ਦਿੱਤਾ ਵੀ ਰਿਸ਼ਤਾ ਨਹੀਂ ਹੋ ਸਕਦਾ। ਬ੍ਰਾਹਮਣਾਂ ਪੁੱਛਿਆ ਪਾਤਸ਼ਾਹ ਕਿੰਕੂ ਇਹ ਰਿਸ਼ਤਾ ਨਹੀਂ ਹੋ ਸਕਦਾ। ਗਰੀਬ ਨਵਾਜ ਕਹਿੰਦੇ ਭਾਈ ਤੁਹਾਡਾ ਚੰਦੂ ਚੁਬਾਰਾ ਹੈ, ਅਸੀਂ ਨੀਵੇਂ ਹਾਂ ਭਾਈ ਖੂਹ, ਤੇ ਨੀਵਿਆਂ ਨੂੰ ਨੀਵਾਂ ਮਿਲੇਗਾ। ਚੰਦੂ ਨੂੰ ਆਖੋ ਵੀ ਕੋਈ ਚੁਬਾਰਾ ਲੱਭ ਲਵੇ, ਤੂੰ ਰਾਜਾ ਬੰਦਾ ਹੈ, ਭੇਜ ਕੇ ਆਪਦੇ ਕੋ ਮਨੁੱਖ ਤੇ ਆਪਦੀ ਧੀ ਵਾਸਤੇ ਕੋਈ ਤਗੜਾ ਘਰ ਲੱਭੇ, ਅਸੀਂ ਤਾਂ ਗਰੀਬ ਲੋਕ ਹਾਂ। ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਘਰ ਫਕੀਰਾਂ ਦਾ ਘਰ ਹੈ, ਇਸ ਫਕੀਰਾਂ ਦੇ ਘਰ ਨੂੰ ਕੋਈ ਫਕੀਰ ਗਰੀਬ ਸਿੱਖ ਹੀ ਟੱਕਰੇਗਾ। ਇਸ ਤਰ੍ਹਾਂ ਪਾਤਸ਼ਾਹ ਨੇ ਫਿਰ ਜਣਾ ਦਿੱਤਾ। ਤੋ ਸਿੱਖਾਂ ਨੇ ਵੀ ਮਨ ਵਿੱਚ ਭਰੋਸਾ ਕਰ ਲਿਆ ਹੈ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੁਣ ਇਹਨਾਂ ਦਾ ਰਿਸ਼ਤਾ ਨਹੀਂ ਲੈਣਗੇ। ਇਹ ਕਥਾ ਆਪਾਂ ਕੱਲ੍ਹ ਸੁਣੀ। ਜਿਵੇਂ ਸਾਧ ਸੰਗਤ ਜੀ ਫਿਰ ਸਮਾਂ ਜਾਂ ਵਿਚਾਰ ਕੇ ਵਕਤ ਵਿਚਾਰੇ ਸੋ ਬੰਦਾ ਹੋਏ। ਧੰਨ ਧੰਨ ਭਾਈ ਨਾਰਾਇਣ ਦਾਸ ਜੀ ਡੱਲਾ ਨਿਵਾਸੀ, ਇਹਨਾਂ ਬੇਨਤੀ ਕਰ ਦਿੱਤੀ ਵੀ ਪਾਤਸ਼ਾਹ ਕਿਰਪਾ ਕਰੋ, ਮੇਰੀ ਧੀ ਦਾ ਰਿਸ਼ਤਾ ਆਪ ਹਰਗੋਬਿੰਦ ਸਾਹਿਬਜ਼ਾਦਾ ਲਈ ਪ੍ਰਵਾਨ ਕਰ ਲਓ। ਤੇ ਜਿਵੇਂ ਸਾਧ ਸੰਗਤ ਜੀ ਫਿਰ ਸੰਗਤਾਂ ਕਹਿੰਦੀਆਂ ਵੀ ਚੰਦੂ ਹੰਕਾਰ ਕਰਦਾ ਸੀ, ਹਰਗੋਬਿੰਦ ਸਾਹਿਬ ਦਾ ਇੱਕ ਰਿਸ਼ਤਾ ਮਹਾਰਾਜ ਨੇ ਮੋੜਿਆ ਤੇ ਦੋ ਸਗਾਈਆਂ ਇੱਕੇ ਦਿਨ। ਇੱਕ ਧੰਨ ਮਾਤਾ ਦਮੋਦਰੀ ਜੀ ਦਾ ਰਿਸ਼ਤਾ ਤੈਅ ਹੋਇਆ ਪਾਤਸ਼ਾਹ ਦੇ ਨਾਲ, ਇੱਕ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਧੰਨ ਮਾਤਾ ਨਾਨਕੀ ਜੀ। ਮਾਤਾ ਦਮੋਦਰੀ ਜੀ ਤਿੰਨਾਂ ਦੀ ਕੁੱਖੋਂ ਬੀਬੀ ਵੀਰੋ ਜੀ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਧੰਨ ਧੰਨ ਮਾਤਾ ਨਾਨਕੀ ਜੀ ਦੇ ਕੁੱਖੋਂ ਧੰਨ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਮਹਾਨ ਯੋਧਿਆਂ ਅਵਤਾਰ ਧਾਰਿਆ ਸੀ, ਤੇ ਬਾਬਾ ਅਟਲ ਰਾਏ ਜੀ। ਉਧਰ ਇਸੇ ਤਰ੍ਹਾਂ ਬਾਬਾ ਅਣੀ ਰਾਏ ਤੇ ਬਾਬਾ ਬੀਬੀ ਵੀਰੋ ਜੀ, ਇਹ ਮਾਤਾ ਦਮੋਦਰੀ ਜੀ ਦੇ ਕੁੱਖੋਂ ਇਹਨਾਂ ਅਵਤਾਰ ਧਾਰੇ। ਤੋ ਜਿਵੇਂ ਇਹ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਦੋ ਸਗਾਈਆਂ ਹੋਣ ਦਾ ਅੱਜ ਪ੍ਰਸੰਗ ਆਵੇਗਾ, ਚਿੱਤ ਬਿਰਤੀ ਨੂੰ ਇਕਾਗਰ ਕਰੀਏ ਜੀ। ਰਸਨਾ ਕਰੋ ਪਵਿੱਤਰ, ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਹਿਨ ਸੁਨਨ ਬਹੁ ਤਬ ਪਇਓ। ਤੋ ਕਵੀ ਜੀ ਅੱਗੇ ਪ੍ਰਸੰਗ ਲਿਖਦੇ ਆ, ਬੜਾ ਕਹਿਣਾ ਸੁਣਨਾ ਹੋਇਆ ਦੋ ਪਾਸਿਓਂ। ਬ੍ਰਾਹਮਣ ਕਹਿੰਦੇ ਮਹਾਰਾਜ ਲਓ ਰਿਸ਼ਤਾ, ਬੇਨਤੀ ਹੈ। ਪਾਤਸ਼ਾਹ ਕਹਿੰਦੇ ਭਾਈ ਠੀਕ ਹੈ ਤੁਸੀਂ ਬੇਨਤੀ ਕਰਦੇ, ਪਰ ਜਿਹਦੀ ਧੀ ਚੰਦੂ ਉਹ ਤਾਂ ਗੁਰੂ ਘਰ ਤੋਂ ਬੇਮੁਖ ਹੈ, ਸਾਖਤ ਲੋਕ ਹੈ, ਅਸੀਂ ਰਿਸ਼ਤਾ ਨਹੀਂ ਲੈਣਾ। ਸੰਗਤਾਂ ਵੀ ਕਹਿੰਦੀਆਂ, ਹੁਣ ਜਿਹੜੇ ਸਿੱਖ ਸਿਆਣੇ ਭਾਈ ਪੁਰਾਣਾ ਜੀ ਵਰਗੇ, ਭਾਈ ਪੈੜਾ ਜੀ, ਭਾਈ ਬਾਬਾ ਬਿਧੀ ਚੰਦ, ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਤੋਂ ਆਦਿਕ ਸਾਰੇ ਸਿੱਖਾਂ ਆਖਿਆ ਨਹੀਂ ਪਾਤਸ਼ਾਹ ਰਿਸ਼ਤਾ ਨਹੀਂ ਲੈਣਾ। ਇਹ ਬ੍ਰਾਹਮਣ ਵਾਰ-ਵਾਰ ਬੇਨਤੀਆਂ ਕਰਦੇ ਹੈ ਤੇ ਬਹੁਤ ਦੋ ਪਾਸਿਓਂ ਕਿਹਾ ਸੁਣਿਆ ਗਿਆ। ਮਹਾਰਾਜ ਨਾ ਕਰਦੇ, ਉਹ ਬੇਨਤੀ ਕਰਦੇ ਹਨ। ਠਹਿਰਿਓ ਅੰਤਮ ਤੰਤ। ਕੁਝ ਕੁ ਸੰਗਤ ਇਹ ਵੀ ਕਹਿੰਦੀ ਵੀ ਚਲੋ ਕੋਈ ਗੱਲ ਨਹੀਂ, ਰਿਸ਼ਤਾ ਲੈ ਲੈਣਾ ਚਾਹੀਦਾ, ਚੰਦੂ ਆਪੇ ਝੁਕ ਜਾਵੇਗਾ ਸਮਾਂ ਪਾ ਕੇ। ਤੋ ਅੰਤਲੇ ਸਮੇਂ ਫਿਰ ਇਹ ਮਤਾ ਪਾਸ ਹੋਇਆ, ਜਾਂ ਕਹੋ ਸਾਰਿਆਂ ਦੇ ਸੰਗਤਾਂ ਨੇ ਇਹ ਅੰਤਲੇ ਸਮੇਂ ਹਜ਼ੂਰ ਨੇ ਤੇ ਸਿਆਣੇ ਸਿੱਖਾਂ ਨੇ ਨਿਚੋੜ ਕੱਢਿਆ, ਇਹ ਫਰਮਾਨ ਹੋਇਆ ਹੈ। ਨਹਿ ਨਾਤਾ ਹਮ ਲੇ ਹੈ। ਪਾਤਸ਼ਾਹ ਕਹਿੰਦੇ ਨਹੀਂ ਭਾਈ ਜੋ ਮਰਜ਼ੀ ਹੋਵੇ, ਅਸੀਂ ਇਸ ਹੰਕਾਰੀ ਚੰਦੂ ਦੇ ਘਰ ਦਾ ਰਿਸ਼ਤਾ ਨਹੀਂ ਲਵਾਂਗੇ। ਅਹੰਕਾਰੀ ਕੁਲਵੰਤ। ਕਿਉਂਕਿ ਆਪਦੇ ਆਪ ਨੂੰ ਉੱਚੀ ਜਾਤ ਦਾ ਜਾਣ ਕੇ ਬਹੁਤ ਹੰਕਾਰਿਆ, ਆਫਰਿਆ ਬੈਠਾ ਹੈ, ਮਹਾਰਾਜ ਦੇ ਘਰ ਨੂੰ ਮੰਦਾ ਬੋਲਦਾ ਹੈ। ਚੌਪਈ ਦਿਜ ਨਾਈ ਸੁਨ ਜੁਗਲ ਬਸੂਰਤ। ਇਹ ਲਾਗੀ ਤੇ ਜਿਹੜਾ ਨਾਲ ਇਹ ਬ੍ਰਾਹਮਣ ਹੈ, ਦੋਵੇਂ ਜਿਹੜੇ ਸ਼ਗਨ ਲੈ ਕੇ ਆਏ ਸੁਣ ਕੇ ਬੜੇ ਝੁਰਦੇ ਹੈ, ਬੜਾ ਅਫਸੋਸ ਜਿਹਾ ਮਨਾਉਂਦੇ, ਦਿਲ ਢਹਿ ਗਏ ਹਨ। ਜਨ ਚਿੰਤਾ ਇਹ ਧਾਰੀ ਮੂਰਤ। ਮਾਨੋ ਵੀ ਜਿਵੇਂ ਚਿੰਤਾ ਨੇ ਮੂਰਤ ਧਾਰ ਲਈ ਹੋਵੇ, ਵੀ ਮਾਨੋ ਚਿੰਤਾ ਦੀ ਸਰੂਪ ਹੀ ਧਾਰ ਕੇ ਦੋਵੇਂ ਬਹਿ ਗਏ ਹੁੰਦੇ ਆ। ਕਹਿ ਬਹੁ ਰਹੇ ਨਹੀਂ ਗੁਰ ਮਾਨੀ। ਬੜੀਆਂ ਬੇਨਤੀਆਂ ਕਰਦੇ ਪਾਤਸ਼ਾਹ ਰਿਸ਼ਤਾ ਲੈ ਲਓ, ਪਰ ਹਜ਼ੂਰ ਨੇ ਦਿੱਲੀ ਦੀ ਸੰਗਤ ਨੂੰ ਮੁੱਖ ਰੱਖਿਆ, ਇਹਨਾਂ ਦੀ ਇੱਕ ਨਹੀਂ ਮੰਨੀ ਹੈ। ਕਹਿਬੋ ਸੰਗਤ ਕੋ ਪ੍ਰਿਯ ਜਾਨੀ। ਪਾਤਸ਼ਾਹ ਨੇ ਸੰਗਤ ਦਾ ਕਹਿਣਾ ਜਿਹੜਾ ਸਾਧ ਸੰਗਤ ਜੀ ਮੁੱਖ ਜਾਣਿਆ, ਦਿੱਲੀ ਦੀ ਸੰਗਤ ਦਾ ਲਿਖਿਆ ਮਹਾਰਾਜ ਨੇ ਜਦੋਂ ਪੜ੍ਹਿਆ ਤੇ ਸਤਿਗੁਰਾਂ ਨੇ ਸੰਗਤ ਦਾ ਆਖਾ ਨਹੀਂ ਮੋੜਿਆ। ਭਾਵੇਂ ਮਹਾਰਾਜ ਜਾਣਦੇ ਇਹ ਗੱਲ ਵੀ ਚੰਦੂ ਬਹੁਤ ਵੱਡਾ ਰਾਜਸੀ ਆਦਮੀ ਹੈ, ਦੀ ਧੀ ਦਾ ਰਿਸ਼ਤਾ ਮੋੜਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਬੜੀਆਂ ਔਂਕੜਾਂ ਪੈਦਾ ਕਰੇਗਾ, ਪਰ ਪਾਤਸ਼ਾਹ ਮਹਾਰਾਜ ਨੇ ਸਾਰੇ ਡਰ ਭੈਹੀਣ ਹੋ ਕੇ, ਮਹਾਰਾਜ ਨੇ ਡਰ ਤੋਂ ਰਹਿਤ ਹੋ ਕੇ, ਬੇਪਰਵਾਹ ਹੋ ਕੇ ਫੈਸਲਾ ਕੀਤਾ, ਨਹੀਂ ਭਾਈ ਸੰਗਤ ਦੀ ਪਹਿਲ ਹੈ, ਜੋ ਸੰਗਤ ਕਹਿੰਦੀ ਅਸੀਂ ਉਹੀ ਮੰਨਾਂਗੇ, ਇਸ ਕਰਕੇ ਅਸੀਂ ਇਹਦਾ ਰਿਸ਼ਤਾ ਨਹੀਂ ਲੈਣਾ। ਸੰਗਤ ਦੀ ਕਹੀ ਹੋਈ ਬੇਨਤੀ ਪਾਤਸ਼ਾਹ ਨੇ ਪਹਿਲਾਂ ਮੰਨੀ ਹੈ। ਜਬ ਸ਼੍ਰੀ ਅਰਜਨ ਏਵ ਉਚਾਰਾ। ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਉਚਾਰਨਾ ਕੀਤਾ ਹੈ, ਹਮਹਿ ਮਿਲਹਿ ਕੋ ਨਿਰਅਹੰਕਾਰਾ। ਮਹਾਰਾਜ ਕਹਿੰਦੇ ਚੰਦੂ ਉੱਚਾ ਹੈ, ਹੰਕਾਰੀ ਹੈ, ਤੇ ਸਾਨੂੰ ਤਾਂ ਕੋਈ ਗਰੀਬ ਮਿਲੇਗਾ, ਅਸੀਂ ਗਰੀਬ ਹਾਂ ਭਾਈ, ਨੀਵਿਆਂ ਨੂੰ ਕੋਈ ਨੀਵਾਂ ਮਿਲ ਪਵੇਗਾ ਜਿਹਦੇ ਅੰਦਰ ਹੰਕਾਰ ਨਾ ਹੋਵੇ। ਡੱਲੇ ਕੀ ਵਾਸੀ ਸਿੱਖ ਬੈਸੇ। ਤੇ ਉੱਥੇ ਸਾਧ ਸੰਗਤ ਜੀ ਜਿਹੜਾ ਸੁਲਤਾਨਪੁਰ ਸਾਹਿਬ ਦੇ ਲਾਗੇ ਡੱਲਾ ਨਗਰ ਹੈ ਨਾ, ਡੱਲੇ ਦੇ ਰਹਿਣ ਵਾਲੇ ਸਿੱਖ ਸੰਗਤਾਂ ਵੀ ਉੱਥੇ ਇਸੇ ਹੀ ਸਭਾ ਵਿੱਚ ਬੈਠੀਆਂ ਹੋਈਆਂ ਸਨ। ਸੁਨਿਓ ਬਖਾਨਿਓ ਸਤਿਗੁਰ ਜੈਸੇ। ਉਹ ਸੁਣਦੇ ਪਏ ਆ ਸਾਰੇ ਡੱਲੇ ਦੀ, ਕਿਉਂਕਿ ਸਾਰੀ ਸੰਗਤ 'ਚ ਹੀ ਗੱਲ ਹੁੰਦੀ ਪਈ ਹੈ। ਡੱਲੇ ਦੀ ਸੰਗਤ ਦੇ ਵੀ ਸਿੱਖਾਂ ਨੇ ਸੁਣਿਆ ਹੈ ਵੀ ਪਾਤਸ਼ਾਹ ਇਹ ਕਹਿੰਦੇ ਆ ਵੀ ਨਹੀਂ ਉਹ ਵੱਡੇ ਹੈ, ਉਹ ਵੱਡਿਆਂ ਨੂੰ ਵੱਡਾ ਲੱਭਣ ਕੋਈ ਆਪਦਾ ਘਰ, ਤੇ ਅਸੀਂ ਗਰੀਬ ਨਿੱਕੇ ਆ, ਸਾਨੂੰ ਕੋਈ ਨਿੱਕਾ ਨੀਵਾਂ ਘਰ ਟੱਕਰੇਗਾ। ਸ਼੍ਰੀ ਗੁਰ ਅਮਰਦਾਸ ਕੇ ਪਾਸ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਤੇ ਸੁਭਾਏਮਾਨ ਸਨ ਨਾ ਗੋਇੰਦਵਾਲ ਦੀ ਧਰਤੀ ਤੇ, ਭਾਈ ਪਾਰੋ ਭਇਓ ਪ੍ਰਕਾਸ਼। ਤੇ ਸਾਧ ਸੰਗਤ ਜੀ ਉਦੋਂ ਭਾਈ ਪਾਰੋ ਜੀ ਬੜੇ ਪ੍ਰਗਟ ਪ੍ਰਤੱਖ ਸਿੱਖ ਹੋਏ ਹੈ। ਭਾਈ ਪਾਰੋ ਜੀ ਜੁਲਕਾ ਪਰਮਹੰਸ ਮਹਾਰਾਜ ਨੂੰ ਕਹਿੰਦੇ ਸਨ, ਤੇ ਬਹੁਤ ਪ੍ਰਤਾਪੀ ਸਿੱਖ ਹੋਇਆ ਪਾਰੋ ਜੁਲਕਾ, ਤੇ ਨਾਲ ਇਹਨੂੰ ਮਹਾਰਾਜ ਨੇ ਖਿਤਾਬ ਦਿੱਤਾ ਸੀਗਾ ਭਾਈ ਪਾਰੋ ਪਰਮਹੰਸ। ਇਸ ਤਰ੍ਹਾਂ ਦਾ ਇਹ ਗੁਰਮੁਖ ਪਿਆਰਾ ਹੋਇਆ ਸੀ। ਜਨਮਨਿਓ ਤਿਸ ਕੇ ਬੰਸ ਮਝਾਰੇ। ਤੇ ਉਹ ਭਾਈ ਪਾਰੋ ਜੀ ਦੀ ਵੰਸ਼ ਵਿੱਚ ਪੁੱਤ ਪੋਤਰਾ ਜਾਂ ਪੜੋਤਰਾ ਸੀ ਇਹ ਸਿੱਖ ਜੋ
ਡੱਲੇ ਦਾ ਰਹਿਣ ਵਾਲਾ ਤੇ ਅੰਮ੍ਰਿਤਸਰ ਸਾਹਿਬ ਇੱਥੇ ਹੀ ਸੰਗਤ ਵਿੱਚ ਬੈਠਾ ਹੋਇਆ ਹੈ। ਨਾਮ ਨਰਾਇਣ ਦਾਸ ਉਚਾਰੇ। ਇਹਨੂੰ ਨਰੈਣ ਦਾਸ ਕਰਕੇ ਆਖਦੇ ਹਨ। ਕਿਰਪਾ ਦਿਸ਼ਟ ਸਿੱਖਨ ਦਿਸ ਜਾਨੀ। ਜਦੋਂ ਇਹ ਨਰੈਣ ਦਾ ਸਿਆਣਾ ਬਹੁਤ ਸੀ, ਮਹਾਰਾਜ ਨੇ ਵਾਰ-ਵਾਰ ਆਖਿਆ ਨਾ ਵੀ ਅਸੀਂ ਨੀਵੇਂ ਤੇ ਸਾਨੂੰ ਕੋਈ ਨੀਵਾਂ ਹੀ ਟੱਕਰੇਗਾ ਹਰਗੋਬਿੰਦ ਸਾਹਿਬ ਵਾਸਤੇ। ਭਾਈ ਨਰੈਣ ਦਾਸ ਬੜਾ ਸਿਆਣਾ ਸਿੱਖ ਸੀਗਾ। ਇਹਨੇ ਜਾਣਿਆ ਵੀ ਸਤਿਗੁਰੂ ਸੰਗਤ ਤੇ ਸਿੱਖਾਂ ਤੇ ਬੜੀ ਕਿਰਪਾ ਕਰ ਰਹੇ ਹਨ। ਨਿਜ ਮਨ ਮਹਿ ਗਿਣਤੀ ਤਬ ਠਾਨੀ। ਸਿੱਖ ਤਾਂ ਬੜੇ ਬੈਠੇ ਸੀ ਸਾਧ ਸੰਗਤ ਜੀ, ਪਰ ਕੋਈ ਦੂਰ ਅੰਦੇਸ਼ੀ ਦੇ ਲੰਮੀ ਨਜ਼ਰ ਨਿਹਾਲੀਏ ਵਾਲਾ ਸਿੱਖ ਕੋਈ ਹੁੰਦਾ ਵੀ। ਦੂਰ ਅੰਦੇਸ਼ ਸਿੱਖ ਸੀ ਬੜਾ ਸਿਆਣਾ, ਤੇ ਮਹਾਰਾਜ ਦੀ ਗੱਲ ਦੇ ਵਿੱਚੋਂ ਹੀ ਰਮਜ ਸਮਝ ਗਿਆ ਵੀ ਪਾਤਸ਼ਾਹ ਕੀ ਕਹਿ ਰਿਹਾ ਵੀ ਸਾਨੂੰ ਤਾਂ ਗਰੀਬ ਟੱਕਰੇਗਾ। ਤੇ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਕੇ ਮਨ ਦੇ ਵਿੱਚ ਗਿਣਤੀ ਮਿਣਤੀ ਜੀ ਕਰਦਾ ਹੈ। ਵਿਚਾਰ ਕਰਨ ਲੱਗਿਆ ਨਰੈਣ ਦਾਸ ਸੁਤਾ ਸਪਤ ਸੰਪਤ ਕੀ ਮੇਰੀ। ਵੀ ਚੰਦੂ ਦੀ ਧੀ ਵੀ 7 ਵਰਿਆਂ ਦੀ ਸੀ, ਜਿਹਦਾ ਰਿਸ਼ਤਾ ਪਾਤਸ਼ਾਹ ਨੇ ਮੋੜ ਦਿੱਤਾ ਹੈ। ਮੇਰੇ ਘਰ ਵਿੱਚ ਵੀ ਕੋਈ 7 ਕੁ ਵਰਿਆਂ ਦੀ ਧੀ ਹੈ। ਨਾਤਾ ਦਿਓ ਜੇ ਨਹਿ ਗੁਰ ਫੇਰੀ। ਵੀ ਮੈਂ ਆਪਣੀ ਪੁੱਤਰੀ ਦਮੋਦਰੀ ਦਾ ਰਿਸ਼ਤਾ ਨਾ ਕਰ ਦੇਵਾਂ ਹਰਗੋਬਿੰਦ ਸਾਹਿਬ ਨੂੰ। ਮੈਂ ਮਹਾਰਾਜ ਦੇ ਚਰਨੀ ਬੇਨਤੀ ਕਰਕੇ ਵੇਖ ਹੀ ਲੈਣਾ, ਲੈ ਲੈਣਗੇ ਪਾਤਸ਼ਾਹ, ਹੋ ਜਾਵੇਗਾ ਮੇਰੀ ਧੀ ਦਾ ਰਿਸ਼ਤਾ ਇੱਥੇ। ਜੇ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਾ ਮੋੜਿਆ ਤਾਂ। ਨਿਰਅਹੰਕਾਰ ਗਰੀਬ ਜੇ ਹੋਏ। ਕਿਉਂਕਿ ਇਹ ਵਿਚਾਰਦਾ ਨਰੈਣ ਦਾਸ ਵੀ ਮਹਾਰਾਜ ਲੈਣਗੇ ਕਿਉਂ ਨਾ ਰਿਸ਼ਤਾ। ਮਹਾਰਾਜ ਨੇ ਹੰਕਾਰੀ ਦਾ ਰਿਸ਼ਤਾ ਮੋੜਿਆ ਹੈ। ਜੇ ਕੋਈ ਸਿੱਖ ਨਿਰਹੰਕਾਰ ਹੋਵੇ, ਗਰੀਬ ਹੋਵੇ, ਜਿਵੇਂ ਮਹਾਰਾਜ ਆਖ ਰਹੇ ਹਨ, ਦੇ ਨਾਤਾ ਹਮ ਲੈ ਹੈ ਸੋਏ। ਤੇ ਮਹਾਰਾਜ ਇੱਕ ਵਾਰ-ਵਾਰ ਕਹਿ ਰਹੇ ਵੀ ਕੋਈ ਸਾਨੂੰ ਗਰੀਬ ਸਿੱਖ ਟੱਕਰੇਗਾ, ਸਾਨੂੰ ਕੋਈ ਗਰੀਬ ਸਿੱਖ ਹੀ ਰਿਸ਼ਤਾ ਕਰੇਗਾ, ਅਸੀਂ ਗਰੀਬ ਹਾਂ। ਵੀ ਮਹਾਰਾਜ ਵਾਰ-ਵਾਰ ਜੇ ਕਹਿ ਰਹੇ ਤੇ ਫਿਰ ਜ਼ਰੂਰ ਰਿਸ਼ਤਾ ਲੈਣਗੇ। ਇਹ ਨਰੈਣ ਦਾਸ ਮਾਤਾ ਦਮੋਦਰੀ ਜੀ ਦੇ ਪਿਤਾ ਡੱਲਾ ਨਿਵਾਸੀ ਵਾਰ-ਵਾਰ ਮਨ ਵਿੱਚ ਵਿਚਾਰ ਰਹੇ ਹਨ। ਏਮ ਸ਼੍ਰੀ ਗੁਰ ਨੇ ਬਾਕ ਬਖਾਨਾ। ਤੇ ਵਿਚਾਰਦੇ ਹੈ ਵੀ ਵਾਰ-ਵਾਰ ਮਹਾਰਾਜ ਨੇ ਇਹ ਬਚਨ ਆਖਿਆ ਹੈ ਵੀ ਸਾਨੂੰ ਹੰਕਾਰ ਤੋਂ ਰਹਿਤ ਸਿੱਖ ਬੜਾ ਪਸੰਦ ਆਉਂਦਾ ਹੈ। ਸਫਲ ਹੈ ਸੋਏ ਹੋਏ ਨਹਿ ਹਾਨਾ। ਵੀ ਮੈਂ ਬੇਨਤੀ ਕਰਕੇ ਵੇਖ ਹੀ ਲੈਣਾ ਵੀ ਪਾਤਸ਼ਾਹ ਦਾ ਕਿਹਾ ਹੋਇਆ ਬਚਨ ਜ਼ਰੂਰ ਸਫਲ ਹੋਵੇਗਾ। ਨਹੀਂ ਮਹਾਰਾਜ ਜੀ ਸਾਡੇ ਸਿੱਖਾਂ ਦੀ ਗੱਲ ਮੋੜਨਗੇ। ਬਾਕੀ ਸਿਆਣਾ ਸਿੱਖ ਇਹ ਵੀ ਸੋਚਦਾ ਵੀ ਮਹਾਰਾਜ ਨੇ ਐਡੇ ਵੱਡੇ ਦੀਵਾਨ ਦਾ ਰਿਸ਼ਤਾ ਮੋੜ ਦਿੱਤਾ ਹੈ ਸਿੱਖਾਂ ਦੇ ਕਹੇ ਤੇ। ਦਿੱਲੀ ਦੀ ਸੰਗਤ ਦਾ ਸਤਿਕਾਰ ਕਰਦੇ ਹਾਂ ਤੇ ਸਾਡੇ ਪਿਓ ਦਾਦੇ ਗੁਰੂ ਅਮਰਦਾਸ ਮਹਾਰਾਜ ਵੇਲੇ ਦੇ ਸਿੱਖ ਹੈ, ਤੇ ਜ਼ਰੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡਾ ਰਿਸ਼ਤਾ ਪ੍ਰਵਾਨ ਕਰਨਗੇ, ਬੇਨਤੀ ਪ੍ਰਵਾਨ ਕਰਨਗੇ। ਕਹੋ ਅਬ ਹੈ ਵਿੱਚ ਸਕਲ ਸਮਾਜਾ। ਮਨ ਕਰੜਾ ਜਾ ਕਰਕੇ ਕਹਿੰਦਾ ਮੈਂ ਸਾਰੀ ਸੰਗਤ ਵਿੱਚ ਖੜੇ ਹੋ ਕੇ ਹੁਣ ਬੇਨਤੀ ਕਰ ਦਿੰਦਾ ਹਾਂ। ਸ਼੍ਰੀ ਸਤਿਗੁਰ ਰੱਖ ਹੈ ਮਮ ਲਾਜਾ। ਤੇ ਮੈਨੂੰ ਪਤਾ ਹੈ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮੇਰੀ ਕਹੀ ਹੋਈ ਗੱਲ ਦੀ ਜ਼ਰੂਰ ਇੱਜ਼ਤ ਪੈਜ ਰੱਖ ਲੈਣਗੇ। ਇਸ ਜਗ ਮਹਿ ਤੋ ਇਹ ਸੁਹੇਲੀ। ਕਿਉਂਕਿ ਗੁਰੂ ਅਰਜਨ ਦੇਵ ਜੀ ਇਸ ਸੰਸਾਰ ਵਿੱਚ ਤਾਂ ਸਿੱਖਾਂ ਦੇ ਸੁੱਖ ਦੇਣ ਵਾਲੇ ਹੈ ਹੀ ਹੈ, ਸਿੱਖਾਂ ਦੇ ਸੰਗੀ ਸਾਥੀ ਮਿੱਤਰ ਹਨ। ਵਿੱਚ ਪਰਲੋਕ ਕੇ ਰੱਖਣ ਦੁਹੇਲੀ। ਪਰਲੋਕ ਦੇ ਵਿੱਚ ਵੀ ਦੁੱਖਾਂ ਤੋਂ ਰੱਖਣ ਵਾਲੇ ਹੈ। ਵੀ ਮਹਾਰਾਜ ਤਾਂ ਸਿੱਖਾਂ ਦਾ ਲੋਕ ਵਿੱਚ ਵੀ ਰੱਖਿਆ ਕਰਦੇ ਤੇ ਪਰਲੋਕ ਦੇ ਵੀ ਰੱਖਿਅਕ ਹਨ। ਰੱਖੈ ਤਹਾਂ ਸਹਾਇਕ ਹੋਏ। ਪਰਲੋਕ ਦੇ ਵਿੱਚ ਵੀ ਪਾਤਸ਼ਾਹ ਮਦਦਗਾਰ ਹੋ ਕੇ ਸਿੱਖਾਂ ਦੀ ਲਾਜ ਰੱਖਦੇ, ਪੜਦੇ ਕੱਜਦੇ ਹਨ। ਬਿਦਤ ਬਾਤ ਕੁਛ ਛਪੀ ਨਾ ਸੋਏ। ਫਿਰ ਵਿਚਾਰਦਾ ਭਾਈ ਜਿਹੜੇ ਨਰੈਣ ਦਾਸ ਹੈ ਵੀ ਇਹ ਗੱਲ ਸਾਰੇ ਸੰਸਾਰ ਵਿੱਚ ਪ੍ਰਗਟ ਹੈ, ਕਿਸੇ ਤੋਂ ਵੀ ਲੁਕੀ ਛੁਪੀ ਨਹੀਂ ਹੈ। ਜਾਂ ਤੇ ਸਤਿਗੁਰ ਪਰ ਪਰਵਾਸਾ। ਵੀ ਮਹਾਰਾਜ ਲੋਕ ਪਰਲੋਕ ਦੇ ਰੱਖਿਆ ਕਰਨ ਵਾਲੇ ਸਿੱਖਾਂ ਦੀ ਲਾਜ ਰੱਖਦੇ ਆ, ਸਿੱਖ ਦੀ ਗੱਲ ਨਹੀਂ ਮੋੜਦੇ ਪਾਤਸ਼ਾਹ। ਕਰੜਾ ਮਨ ਕਰਕੇ ਤੇ ਫਿਰ ਕਹਿੰਦੇ ਆ ਮਨ 'ਚ ਭਾਈ ਨਰੈਣ ਦਾਸ ਵੀ ਮੈਨੂੰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤੇ ਪੂਰਾ ਭਰੋਸਾ ਸਤਿਗੁਰਾਂ ਤੇ। ਪੂਰਨ ਕਰਹਿ ਸੋਏ ਮਨ ਆਸਾ। ਮੋਹੇ ਮਨ ਆਸਾ, ਮੇਰੇ ਮਨ ਦੀ ਇੱਛਾ ਜਿਹੜੀ ਹੈ ਧੀ ਦਾ ਰਿਸ਼ਤਾ ਦੇਣ ਵਾਲੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਜ਼ਰੂਰ ਪੂਰੀ ਕਰ ਦੇਣਗੇ। ਭਾਈ ਪਾਰੋ ਕੋ ਬਰ ਭਇਓ। ਫਿਰ ਇੱਕ ਇਹਨੇ ਸਾਧ ਸੰਗਤ ਜੀ ਕਵੀ ਜੀ ਕਹਿੰਦੇ ਇੱਥੇ ਵੀ ਜਿਹੜੇ ਭਾਈ ਪਾਰੋ ਜੀ ਸੀ ਨਾ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ, ਜਿਹਦਾ ਅੰਸ਼ ਵਿੱਚੋਂ ਇਹ ਭਾਈ ਨਰੈਣ ਦਾਸ ਜੀ ਆਪਦੀ ਧੀ ਦਾ ਰਿਸ਼ਤਾ ਕਰਨ ਦੀ ਗੱਲ ਸੋਚ ਰਹੇ ਸੰਗਤ 'ਚ ਬੈਠੇ ਹੋਏ,
ਤੇ ਇਹ ਭਾਈ ਪਾਰੋ ਜੀ ਜਿਹੜੇ ਸੀ ਗੁਰੂ ਅਮਰਦਾਸ ਮਹਾਰਾਜ ਦੇ ਬੜੇ ਸਿੱਖ ਹੋਏ ਹਨ। ਸ੍ਰੀ ਗੁਰ ਅਮਰਦਾਸ ਜੀ ਦਇਓ। ਤੇ ਭਾਈ ਪਾਰੋ ਜੀ ਜੁਲਕਾ ਨੂੰ ਕਿਸੇ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਤੋਂ ਖੁਸ਼ ਹੋ ਕੇ ਇੱਕ ਦਿਨ ਵਰ ਦਿੱਤਾ ਸੀ ਗੁਰ ਘਰ ਸੋ ਤਵ ਕੁਲ ਕੋ ਨਾਤਾ। ਵੀ ਇਹ ਭਾਈ ਪਾਰੋ ਕੋ ਸਮਾਂ ਆਵੇਗਾ, ਇਹ ਗੁਰਤਾ ਗੱਦੀ ਦੇ ਨਾਲ ਤੁਹਾਡੀ ਕੁਲ ਦਾ ਨਾਤਾ ਬਣੇਗਾ। ਵੀ ਕੋਈ ਸਮਾਂ ਆਵੇਗਾ ਤੁਸੀਂ ਗੁਰੂ ਕਿਆਂ ਦੇ ਨਾਲ ਬੜਾ ਵੱਡਾ ਸਾਕ ਰਿਸ਼ਤਾ ਕਰੋਗੇ, ਬੜੀ ਵੱਡੀ ਰਿਸ਼ਤੇਦਾਰੀ ਬਣਨੀ ਤੁਹਾਡੀ ਗੁਰੂ ਕਿਆਂ ਦੇ ਨਾਲ। ਹੋਏ ਹੈ ਆਗੈ ਜਗ ਬਖਿਆਤਾ। ਇਹ ਵਰਦਾਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਪਾਰੋ ਜੀ ਜੁਲਕਾ ਨੂੰ ਦਿੱਤਾ ਸੀ, ਜਿਹਦਾ ਦਾਦਾ ਪੜਦਾਦਾ ਹੈ ਇਹ ਭਾਈ ਨਰੈਣ ਦਾਸ ਦਾ ਭਾਈ ਪਾਰੋ ਜੀ। ਇਹ ਗੱਲ ਮਹਾਰਾਜ ਨੇ ਆਖੀ ਸੀ ਵੀ ਸਮਾਂ ਆਵੇਗਾ ਜੱਗ ਵਿੱਚ ਪ੍ਰਗਟ ਹੀ ਤੁਹਾਡਾ ਰਿਸ਼ਤਾ ਨਾਤਾ ਹੋਵੇਗਾ ਗੁਰੂ ਘਰ ਦੇ ਨਾਲ। ਸੋ ਅਬ ਸਮਾਂ ਆਨ ਕਰ ਹੋਵਾ। ਤੇ ਭਾਈ ਨਰੈਣ ਦਾਸ ਜੀ ਸੋਚਦੇ ਵੀ ਖਰੇ ਜਿਹੜਾ ਵਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਦਿੱਤਾ ਹੋਵੇ ਤੇ ਉਹ ਸਮਾਂ ਆ ਗਿਆ ਹੋਵੇ ਵੀ ਸਾਡਾ ਰਿਸ਼ਤਾ ਜੁੜਨਾ ਹੋਵੇ ਗੁਰੂ ਕਿਆਂ ਦੇ ਨਾਲ। ਤੋ ਉਹ ਵਰ ਦਾ ਸ਼ਾਇਦ ਸਮਾਂ ਹੁਣ ਆ ਗਿਆ, ਭਾਈ ਨਰੈਣ ਦਾਸ ਜੀ ਨੇ ਸੋਚਿਆ ਹੈ। ਔਚਕ ਹੀ ਮੰਡਲ ਮਹਿ ਜੋਵਾ। ਤੇ ਐਸੇ ਤਰ੍ਹਾਂ ਸਾਧ ਸੰਗਤ ਜੀ ਵਿਚਾਰਦੇ ਹੋਏ ਸਾਰੀ ਸਭਾ ਦੇ ਵੱਲ ਵੇਖ ਕਰਕੇ, ਇਤ ਯਾਦਕ ਬਹੁ ਹਿਰਦੇ ਵਿਚਾਰਾ। ਸਾਰੀ ਸਭਾ ਵੱਲ ਵੇਖਦਿਆਂ ਹੋਇਆਂ ਇਸ ਤੋਂ ਆਦਿਕ ਬੜੇ ਵੀ ਲੋਕ ਕੀ ਆਖਣਗੇ ਵੀ ਇਹਨੇ ਸਿੱਖ ਨੇ ਬੜਾ ਮੌਕਾ ਸਾਂਭਿਆ ਵੀ ਇੱਕ ਪਾਸੇ ਏਡਾ ਰਫੜ ਪਿਆ ਹੋਇਆ ਤੇ ਵਿੱਚ ਆਪਦਾ ਹੀ ਮਤਲਬ ਕੱਢਣ ਨੂੰ ਫਿਰਦਾ। ਇਸ ਗੱਲੋਂ ਵੀ ਭਾਈ ਨਰੈਣ ਦਾਸ ਡਰਦੇ ਆ, ਪਰ ਪਾਤਸ਼ਾਹ ਤੇ ਭਰੋਸਾ ਵੀ ਹੈ। ਫਿਰ ਇਹ ਵੀ ਯਾਦ ਕਰਦੇ ਆ ਵੀ ਸਾਡੇ ਦਾਦੇ ਪੜਦਾਦੇ ਜਿਹੜੇ ਭਾਈ ਪਾਰੋ ਜੀ ਉਹਨਾਂ ਨੂੰ ਵਰ ਵੀ ਹੋਇਆ ਹੋਇਆ ਐਸੇ ਘਰੋਂ ਵੀ ਤੁਹਾਡਾ ਰਿਸ਼ਤਾ ਬਣਨਾ ਗੁਰੂ ਘਰ ਦੇ ਨਾਲ। ਤੋ ਇਸ ਤਰ੍ਹਾਂ ਦੇ ਬੜੇ ਮਨ ਵਿੱਚ ਵਿਚਾਰ ਜੇ ਕਰਦਾ ਹੈ ਸਾਰ ਅਸਾਰ ਕਰਿਓ ਨਿਰਧਾਰਾ। ਵੀ ਹੁਣ ਇਹਦਾ ਨਤੀਜਾ ਕੀ ਨਿਕਲੇਗਾ, ਕਿਵੇਂ ਕਰੀਏ ਸਾਰੀ ਗੱਲਬਾਤ ਵੀ ਹੁਣ ਰਹਿਣ ਦਈਏ ਬੈਠੇ ਰਹੀਏ ਕਿ ਉੱਠ ਪਈਏ ਕਹਿ ਦਈਏ ਮਹਾਰਾਜ ਨੂੰ ਬੇਨਤੀ ਰੂਪ ਵੀ ਰਿਸ਼ਤਾ ਲੈ ਲਓ ਮੇਰੀ ਧੀ ਦਾ। ਵਿਚਾਰ ਜੀ ਕਰਕੇ ਫਿਰ ਨਿਰਣਾ ਜਿਹਾ ਕਰਕੇ ਮਨ ਕਰੜਾ ਕਰਕੇ ਖਰੋ ਭਇਓ ਜੋਰੋ ਜੁਗ ਹਾਥ। ਸਾਧ ਸੰਗਤ ਜੀ ਭਾਈ ਨਰੈਣ ਦਾਸ ਨਾ ਜਿਹੜੇ ਸੰਗਤ ਵਿੱਚ ਖੜੇ ਹੋ ਗਏ ਤੇ ਪਾਤਸ਼ਾਹ ਮਹਾਰਾਜ ਵੱਲ ਵੇਖ ਕੇ ਨੇ ਦੋਵੇਂ ਹੱਥ ਜਿਹੜੇ ਜੋੜ ਲਏ ਹਨ। ਹੇ ਪ੍ਰਭ ਮੁਝ ਕੋ ਲਖੋ ਅਨਾਥ। ਤੇ ਸਾਰੀ ਸਭਾ ਦੇ ਵਿੱਚ ਸਿੱਖਾਂ ਸੰਗਤਾਂ ਵਿੱਚ ਬੈਠਿਆਂ ਆਖਿਆ, ਹੇ ਪਾਤਸ਼ਾਹ ਮਹਾਰਾਜ ਮੈਂ ਅਨਾਥ ਹਾਂ। ਵੀ ਭਾਵ ਵੀ ਮਹਾਰਾਜ ਐਂ ਜਾਣੋ ਵੀ ਮੇਰੇ ਸਿਰ ਤੇ ਕੋਈ ਨਹੀਂ, ਮਹਾਰਾਜ ਮੇਰਾ ਕੋਈ ਨਹੀਂ ਇਸ ਸੰਸਾਰ ਦੇ ਅੰਦਰ ਤੁਹਾਡੇ ਤੋਂ ਬਿਨਾ। ਪਾਰੋ ਬੰਸ ਵਿਖਿਆ ਜਨਮਿਓ। ਮਹਾਰਾਜ ਮੈਂ ਭਾਈ ਪਾਰੋ ਜੀ ਜਿਹੜੇ ਜੁਲਕਾ ਹੋਏ ਆ ਨਾ ਤੁਹਾਡੇ ਨਾਨਾ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ, ਮੈਂ ਉਹਨਾਂ ਦੀ ਬੰਸ ਵਿੱਚ ਜੰਮਿਆ ਹੋਇਆ ਹਾਂ। ਡੱਲੇ ਕੀ ਵਾਸੀ ਮੈਂ ਥਿਓ। ਤੇ ਜਾਣੋ ਪਾਤਸ਼ਾਹ ਮੈਂ ਡੱਲੇ ਦਾ ਰਹਿਣ ਵਾਲਾ। ਭਾਈ ਪਾਰੋ ਜੀ ਵੀ ਡੱਲੇ ਦੇ ਰਹਿਣ ਵਾਲੇ ਸੀ। ਪਾਤਸ਼ਾਹ ਮੈਂ ਡੱਲੇ ਨਗਰ ਦਾ ਰਹਿਣ ਵਾਲਾ ਹਾਂ। ਸ਼ੁਭ ਖੱਤਰੀ ਹੋਂ ਦਾਸ ਤੁਮਾਰਾ। ਤੇ ਖੱਤਰੀ ਮਹਾਰਾਜ ਕੁਲ ਜਾਤ ਤੋਂ ਮੈਂ ਤੁਹਾਡਾ ਸਿੱਖ ਸਜਿਆ ਹੋਇਆ ਹਾਂ। ਮੁਝ ਨਿਕੇਤ ਨਹਿ ਦਰਬ ਉਦਾਰਾ। ਤੇ ਪਹਿਲਾਂ ਹੀ ਬੇਨਤੀ ਕਰ ਦਿੱਤੀ ਮਹਾਰਾਜ ਮੇਰੇ ਘਰ ਵਿੱਚ ਮਾਇਆ ਕੋਈ ਨਹੀਂ ਜੇ ਜਮਾਂ ਵੀ, ਬਿਲਕੁਲ ਕੰਗਾਲ ਗਰੀਬ ਸਿੱਖ ਹਾਂ ਸੱਚੇ ਪਾਤਸ਼ਾਹ ਜੀ। ਵੱਡਿਓ ਸਹਿਤ ਹਮ ਗੁਰ ਸ਼ਰਨਾਈ। ਪਰ ਮਹਾਰਾਜ ਇੱਕ ਸਾਡੇ ਘਰੇ ਵਸਤੂ ਬੇਸ਼ ਕੀਮਤੀ ਹੈ। ਤੋ ਮਹਾਰਾਜ ਕਹਿੰਦੇ ਉਹ ਕਿਹੜੀ ਵਸਤੂ ਹੈ? ਕਹਿੰਦਾ ਪਾਤਸ਼ਾਹ ਸਾਡੇ ਘਰੇ ਮਾਇਆ ਤਾਂ ਕੋਈ ਨਹੀਂ ਜੇ ਹੈ, ਰੋਟੀ ਮਸਾਂ ਪੱਕਦੀ ਹੈ, ਪਰ ਪਾਤਸ਼ਾਹ ਜੀ ਸਾਡੇ ਦਾਦੇ ਪੜਦਾਦਿਆਂ ਤੋਂ ਲੈ ਕੇ ਸਾਡੇ ਘਰ ਵਿੱਚ ਸਿੱਖੀ ਹੈ। ਮਹਾਰਾਜ ਮਾਇਆ ਨਹੀਂ ਹੈ ਪਰ ਸਾਡੇ ਘਰ ਵਿੱਚ ਸਿੱਖੀ ਜ਼ਰੂਰ ਹੈ। ਤੋ ਸਾਧ ਸੰਗਤ ਜੀ ਇੱਥੇ ਇਹ ਜਾਣੋ ਵੀ ਸਾਡੇ ਘਰ ਵਿੱਚ ਜੇ ਮਾਇਆ ਹੈ, ਦੌਲਤ ਸ਼ੌਹਰਤ ਬਹੁਤ ਹੈ, ਜ਼ਮੀਨ ਜਾਇਦਾਦ ਬੜੀ ਹੈ, ਅਸੀਂ ਲੱਖਾਂ ਅਰਬਾਂ ਦੇ ਮਾਲਕ ਹਾਂ, ਤੇ ਜੇ ਸਾਡੇ ਘਰ ਵਿੱਚ ਸਿੱਖੀ ਨਹੀਂ ਨਾ ਖਾਲਸਾ ਜੀ ਤੇ ਜਾਣੋ ਸਾਡੇ ਪੱਲੇ ਕੱਖ ਨਹੀਂ। ਭਗਤ ਕਬੀਰ ਸਾਹਿਬ ਜੀ ਦੇ ਕਹਿਣ ਤਰ੍ਹਾਂ ਕਿ ਹੇ ਪਰਮੇਸ਼ਰ ਜਿਨ੍ਹਾਂ ਦੇ ਘਰਾਂ ਵਿੱਚ ਮਾਇਆ ਹੈ, ਬਹੁਤ ਪੈਸਾ ਹੈ, ਉਹ ਸੰਸਾਰ ਤੇ ਫਕੀਰ ਲੋਕ ਹੈ ਅਸਲ ਵਿੱਚ। ਕਿ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਤੇ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ੍ਹਾਂ ਦੇ ਘਰ ਵਿੱਚ ਜਾਂ ਪੱਲੇ ਧਨ ਹੀ ਧਨ ਹੈ, ਤੇਰਾ ਨਾਮ ਨਹੀਂ ਪਾਤਸ਼ਾਹ, ਉਹ ਲੋਕ ਫਕੀਰ ਜਾਣੇ ਜਾਣਗੇ, ਕਿਉਂਕਿ ਨਾਂਗੇ ਪਾਉ ਤੇਗ ਹੈ ਜਿਨ ਕੇ ਲਾਖ ਕਰੋੜ। ਤੋ ਜਿਹੜਾ ਨਾਲ ਨਿਭਣ ਵਾਲਾ ਜਿਨ ਕੈ ਹਿਰਦੈ ਤੂੰ ਵਸੈ ਹੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਤੇਰਾ ਵਾਸਾ ਹੈ, ਉਹ ਸੰਸਾਰ ਤੇ ਧਨਾੜ ਗਿਣੇ ਜਾਂਦੇ ਹੈ।
ਉਹ ਸੰਸਾਰ ਤੇ ਅਸਲ ਅਮੀਰ ਪੁਰਖ ਹਨ। ਤੋ ਸਾਧ ਸੰਗਤ ਜੀ, ਜੇ ਮਾਇਆ ਧਨ ਦੌਲਤ ਹੈ, ਘਰ ਵਿੱਚ ਮਹਾਰਾਜ ਦੀ ਬਖਸ਼ੀ ਸਿੱਖੀ ਨਹੀਂ, ਸਾਡੇ ਪਾਸ ਬਾਣੀ ਨਹੀਂ, ਨਾਮ ਸਿਮਰਨ ਨਹੀਂ, ਪਰਮੇਸ਼ਰ ਦਾ ਸ਼ੁਕਰਾਨਾ ਨਹੀਂ, ਤੇ ਸਾਨੂੰ ਜ਼ਰੂਰ ਵੇਖਣਾ ਚਾਹੀਦਾ ਹੈ ਵੀ ਜੋ ਸਾਡੇ ਕੋਲ ਹੈ ਇਹਦੀ ਕੀਮਤ ਕੀ ਹੈ, ਤੇ ਜਿਹੜਾ ਸਾਡੇ ਕੋਲ ਨਹੀਂ ਹੈ ਉਹਦੀ ਕੀਮਤ ਕੀ ਹੈ। ਜਾਣੀਏ ਵੀ ਅਸੀਂ ਬਿਲਕੁਲ ਕੰਗਾਲ ਹਾਂ, ਕੁਝ ਨਹੀਂ ਖੱਟਿਆ ਸੰਸਾਰ ਵਿੱਚ ਮਾਇਆ ਤੋਂ ਬਿਨਾਂ। ਤੇ ਜੇ ਸਾਧ ਸੰਗਤ ਜੀ ਘਰ ਦੇ ਉੱਪਰ ਛੱਤ ਚੋਂਦੀ ਹੈ, ਕਾਨਿਆਂ ਦੀ ਛੱਤ ਹੋਵੇ, ਪਹਿਨਣ ਨੂੰ ਕੱਪੜੇ ਨਹੀਂ, ਤੋ ਪੈਰੀਂ ਜੋੜਾ ਨਹੀਂ, ਤੋ ਚੰਗਾ ਖਾਣ ਨੂੰ ਨਹੀਂ, ਪਹਿਨਣ ਨੂੰ ਨਹੀਂ, ਪਰ ਜੇ ਘਰ ਵਿੱਚ ਸਿੱਖੀ ਹੈ, ਬਾਣਾ ਹੈ, ਕੋ ਅੰਮ੍ਰਿਤਧਾਰੀ ਹੈ, ਤੁਹਾਡੇ ਬੱਚਿਆਂ ਦੇ ਸਿਰ ਤੇ ਕੇਸ ਹੈ, ਤੋ ਜਾਣੋ ਵੀ ਤੁਹਾਡੇ ਵਰਗਾ ਧਣੀ ਸੰਸਾਰ ਤੇ ਕੋਈ ਨਹੀਂ। ਮਾਇਆ ਕਮਾਈ ਜਾ ਸਕਦੀ ਹੈ, ਬਹੁਤ ਤਰੀਕੇ ਮਾਇਆ ਕਮਾਉਣ ਦੇ, ਪਰ ਸਾਧ ਸੰਗਤ ਜੀ ਸਿੱਖੀ ਕਮਾਉਣ ਦਾ ਕੋਈ ਹੋਰ ਤਰੀਕਾ ਨਹੀਂ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਕੋ ਇੱਕ ਰਸਤਾ ਸਿੱਖੀ ਕਮਾਉਣ ਦਾ, ਉਹ ਪ੍ਰੇਮ ਦਾ ਹੈ। ਤੋ ਜਾਣੋ ਫਿਰ ਜੇ ਸਾਡੇ ਘਰੇ ਕੁਝ ਨਹੀਂ ਸਿੱਖੀ ਹੈ, ਫਿਰ ਵਾਸਤਵ ਵਿੱਚ ਸਾਧ ਸੰਗਤ ਜੀ ਤੁਹਾਡੇ ਵਰਗਾ ਅਮੀਰ ਕੋਈ ਨਹੀਂ। ਜੇ ਤੁਹਾਡੇ ਘਰ ਵਿੱਚ ਕੋਈ ਅੰਮ੍ਰਿਤਧਾਰੀ ਨਹੀਂ, ਤੁਸੀਂ ਅੰਮ੍ਰਿਤਧਾਰੀ ਨਹੀਂ, ਮਾਇਆ ਬਹੁਤ ਹੈ, ਇਹ ਗੱਲ ਜ਼ਰੂਰ ਜਾਂ ਵੇਖਣੀ ਚਾਹੀਦੀ ਵੀ ਜਾਣੋ ਵੀ ਸਾਡੇ ਵਰਗਾ ਮਲੰਗ ਕੋਈ ਨਹੀਂ ਸੰਸਾਰ ਤੇ। ਕਿਉਂਕਿ ਹੁਣ ਵੇਖੋ ਇੱਥੇ ਸਿੱਖ ਨੇ ਕਿੱਡੀ ਵੱਡੀ ਗੱਲ ਕੀਤੀ, ਪਾਤਸ਼ਾਹ ਮਹਾਰਾਜ ਘਰੇ ਰੋਟੀ ਮਸਾਂ ਪੱਕਦੀ ਹੈ, ਬਹੁਤ ਬੁਰਾ ਹਾਲ ਹੈ, ਗਰੀਬੀ ਅੱਤ ਦੀ ਹੈ, ਪਰ ਮਹਾਰਾਜ ਸਾਡੇ ਕੋਲ ਇੱਕ ਅਮੀਰੀ ਬੜੀ ਹੈ। ਉਹ ਅਮੀਰੀ ਇਹ ਹੈ, ਮੇਰਾ ਦਾਦਾ ਪੜਦਾਦਾ ਪਿਤਾ ਮੇਰਾ ਮਹਾਰਾਜ, ਅਸੀਂ ਸਾਡੇ ਧੀਆਂ ਸਾਡੇ ਪੁੱਤਰ ਤੁਹਾਡੇ ਘਰ ਦੇ ਸਿੱਖ ਰਹੇ ਹਾਂ ਮਹਾਰਾਜ, ਸਾਡੇ ਘਰ ਵਿੱਚ ਦਾਦਿਆਂ ਪੜਦਾਦਿਆਂ ਤੋਂ ਲੈ ਕੇ ਸਿੱਖੀ ਹੈ। ਮਮ ਪੁੱਤਰੀ ਕੀ ਲੇਹੋ ਸਗਾਈ, ਮੇਰੀ ਧੀ ਦਮੋਦਰੀ, ਮਹਾਰਾਜ ਮੇਰੀ ਬੇਨਤੀ ਹੈ ਵੀ ਆਪ ਕਿਰਪਾ ਕਰਕੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਵਾਸਤੇ ਉਹਦਾ ਰਿਸ਼ਤਾ ਪ੍ਰਵਾਨ ਕਰੋ ਜੀ। ਸੰਪਤ ਸਪਤ ਆਰ ਬਲ ਹੋਏ, ਹਾਂ, ਸੰਮਤ ਸਪਤ 7 ਕੁ ਸੰਮਤ ਸਾਲਾਂ ਵਰਿਆਂ ਦੀ ਉਹਦੀ ਉਮਰ ਹੈ। ਹਰ ਗੋਬਿੰਦ ਦਾਸੀ ਬਨ ਸੋਏ, ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਸਾਡੀ ਪੁੱਤਰੀ ਦਮੋਦਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਸੇਵਾ ਕਰੇ ਸਾਰੀ ਉਮਰ, ਉਹਨਾਂ ਦੀ ਦਾਸੀ ਬਣ ਕੇ ਸੇਵਕਾ ਬਣ ਕੇ ਬਤੀਤ ਜੀਵਨ ਕਰੇ। ਲਾਜ ਬਿਨਾ ਮੈਂ ਸਭਾ ਮਝਾਰੀ, ਤੇ ਪਾਤਸ਼ਾਹ ਮੈਨੂੰ ਕੋਈ ਸ਼ਰਮ ਨਹੀਂ, ਗਰੀਬ ਸਿੱਖ ਨੂੰ ਮੈਂ ਬਿਲਕੁਲ ਸ਼ਰਮ ਲੱਜਾ ਲਾ ਕਰਕੇ ਸਾਰੀ ਸਭਾ ਦੇ ਅੰਦਰ ਬਿਨਤੀ ਸ਼ਰਧਾ ਸਹਿਤ ਉਚਾਰੀ, ਸ਼ਰਧਾ ਦੇ ਨਾਲ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਹੈ। ਰੱਖੋ ਲਾਜ ਮੋਹੇ ਪਰਵਾਸਾ, ਤੇ ਮੈਨੂੰ ਪੂਰਾ ਭਰੋਸਾ ਹੈ ਪਾਤਸ਼ਾਹ ਵੀ ਤੁਸੀਂ ਇਸ ਗਰੀਬੜੇ ਸਿੱਖ ਦੀ ਲਾਜ ਜ਼ਰੂਰ ਰੱਖੋਗੇ। ਜਾਂ ਤੇ ਕਹੀ ਆਪਣੀ ਆਸਾ, ਇਸ ਕਰਕੇ ਮਹਾਰਾਜ ਮੈਂ ਆਪਦੀ ਆਸਾ ਕਹਿ ਦਿੱਤੀ ਹੈ, ਆਪਦੀ ਇੱਛਾ ਆਪਦੀ ਮਨਸਾ ਮਨੋਰਥ ਮੰਨਦਾ ਵੀ ਮੇਰੀ ਧੀ ਦਾ ਰਿਸ਼ਤਾ ਹਰਗੋਬਿੰਦ ਸਾਹਿਬ ਵਾਸਤੇ ਪ੍ਰਵਾਨ ਕਰੋ, ਇਹ ਬੇਨਤੀ ਕਰ ਦਿੱਤੀ ਹੈ। ਸ਼੍ਰੀ ਅਰਜਨ ਸੁਨ ਭਏ ਪ੍ਰਸੰਨ, ਤੋ ਸਾਧ ਸੰਗਤ ਜੀ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗਰੀਬ ਨਵਾਜ ਇਸ ਗਰੀਬ ਸਿੱਖ ਦੀ ਬੇਨਤੀ ਸੁਣ ਕੇ ਬੜੇ ਖੁਸ਼ ਹੋਏ ਹਨ। ਭਲੇ ਸਮੇਂ ਬੋਲਿਓ ਸਿੱਖ ਧੰਨ, ਪਾਤਸ਼ਾਹ ਮਹਾਰਾਜ ਕਹਿੰਦੇ ਵਾਹ ਭਾਈ ਸਿੱਖਾ, ਤੂੰ ਤਾਂ ਧੰਨ ਹੈ, ਬੜੇ ਚੰਗੇ ਸਮੇਂ ਤੇ ਤੂੰ ਬੋਲਿਆ, ਬੜੇ ਚੰਗੇ ਸਮੇਂ ਤੇ ਉੱਠਿਆ ਹੈ। ਉਤਸਵ ਕੋ ਸਮਾਜ ਬਰ ਜੁਰਿਓ, ਵੀ ਹੁਣ ਰਿਸ਼ਤੇ ਵਾਸਤੇ ਸਗਾਈ ਵਾਸਤੇ ਸ਼ਗਨ ਵਾਸਤੇ ਸੰਗਤ ਵੀ ਜੁੜੀ ਹੋਈ ਹੈ, ਤੇ ਸਾਰਾ ਸਾਜੋ ਸਮਾਨ ਲੱਡੂ ਦੀਆਂ ਪਰਾਤਾਂ ਤੇ ਹੋਰ ਬੜਾ ਮਠਿਆਈ ਤਾਂ ਪਹਿਲਾਂ ਹੀ ਬਣੀ ਹੋਈ ਆ, ਸੰਗਤ ਵੀ ਜੁੜੀ ਹੈ, ਤੇ ਅਸੀਂ ਵੀ ਸਗਾਈ ਹੋਈ ਕਰਨ ਲੱਗੇ ਸਾਂ, ਚੰਦੂ ਦੇ ਹੰਕਾਰ ਕਰਕੇ ਵਿੱਚ ਰਹਿ ਗਈ ਹੈ। ਬਹੁਤ ਸੋਹਣੇ ਸਮੇਂ ਦੇ ਉੱਪਰ ਤੂੰ ਬੇਨਤੀ ਕੀਤੀ ਹੈ, ਸੋ ਤੈ ਨਾਹੇ ਨਾ ਬਿਰਥਾ ਕਰਿਓ, ਤੇ ਅਸੀਂ ਤੇਰੀ ਇਹ ਅਰਦਾਸ ਬਿਰਥਾ ਨਹੀਂ ਕਰਾਂਗੇ। ਮੰਗਲ ਨੋਕਾ ਯੋਂ ਵਿੱਚ ਧਾਰ, ਬਾਕੀ ਇਹ ਹੈ ਵੀ ਸਾਰਾ ਸਮਾਨ ਜੁੜਿਆ ਹੋਣੇ, ਮਹਾਰਾਜ ਕਹਿੰਦੇ ਬਿਰਥਾ ਥੋੜਾ ਕਰਨਾ ਅਸੀਂ, ਵੀ ਇਹ ਸਮਾਨ ਜਿਹੜਾ ਬਣਿਆ ਸੰਗਤ ਦੀ ਮਾਇਆ ਨਾਲ ਇਹੀ ਅਸੀਂ ਲੇਖੇ ਲਾਉਣਾ, ਹਰਗੋਬਿੰਦ ਸਾਹਿਬ ਦੀ ਸਗਾਈ ਕਰਾਂਗੇ ਭਾਈ। ਤੋ ਪਾਤਸ਼ਾਹ ਨੇ ਵੀ ਕਹਿ ਦਿੱਤਾ ਵੀ ਸੰਗਤਾਂ ਦੇ ਹਿਰਦੇ ਵਿੱਚ ਖੁਸ਼ੀ ਬਹੁਤ ਸੀ, ਬੜੇ ਦਿਨਾਂ ਤੋਂ ਹਰਗੋਬਿੰਦ ਸਾਹਿਬ ਦਾ ਤਿਲਕ ਲੱਗਦਾ ਵੇਖੀਏ, ਪਰ ਉਹ ਵਿੱਚ ਹੀ ਰਹਿ ਗਈ ਸੀ ਖੁਸ਼ੀ। ਖੁਸ਼ੀਆਂ ਰੂਪੀ ਜਿਹੜੀ ਕਿਸ਼ਤੀ ਸੀ ਨਾ ਸੰਗਤ ਦੇ ਹਿਰਦਿਆਂ ਦੀ, ਖੁਸ਼ੀ ਰੂਪੀ ਕਿਸ਼ਤੀ ਮਾਨੋ ਵੀ ਸਮੁੰਦਰ ਦੇ ਵਿੱਚ ਜਾਂ ਚਿੰਤਾ ਵਿੱਚ ਡੁੱਬ ਰਹੀ ਸੀ। ਡੂਬਤ ਹੁਤੀ ਲਗਾਈ ਪਾਰ, ਉਹ ਦੁੱਖ ਰੂਪੀ ਪਾਣੀ ਸਮੁੰਦਰ ਵਿੱਚ ਡੁੱਬ ਰਹੀ ਸੀ, ਤੇ ਭਾਈ
ਨਰੈਣ ਦਾਸ ਜੀ ਤੁਸਾਂ ਨੇ ਪਾਰ ਲਾ ਦਿੱਤੀ ਖੁਸ਼ੀ ਦੀ ਗੱਲ ਸੁਣਾ ਕਰਕੇ। ਮਹਿਮਾ ਗੁਰ ਸਿੱਖਨ ਕੀ ਮਹਾ। ਕਿਆ ਗੁਰੂ ਕੇ ਸਿੱਖਾਂ ਦੀ ਭਈ ਮਹਿਮਾ ਸੰਗਤ ਜੀ। ਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖ ਬੜੇ ਧਨ ਹਨ। ਕੋ ਸਮਤਾ ਕਰ ਸਕਹਿ ਨ ਤਹਾਂ। ਗੁਰੂ ਕੇ ਸਿੱਖਾਂ ਦੀ, ਕਿਉਂਕਿ ਮਹਾਰਾਜ ਨੂੰ ਵਿਖਾਉਂਦੇ ਪਏ ਬ੍ਰਾਹਮਣਾਂ ਨੂੰ ਵੀ ਤੁਸੀਂ ਆਹ ਹੁੰਦੇ ਆ ਸਿੱਖ ਭਾਈ। ਤੋ ਪਾਤਸ਼ਾਹ ਕਹਿੰਦੇ ਭਾਈ ਗੁਰੂ ਕੇ ਸਿੱਖਾਂ ਦੀ ਕਿਆ ਸੋਭਾ, ਕੀ ਵਡਿਆਈ ਕਰੀਏ। ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੇ ਸਿੱਖ ਧਨ ਹਨ ਭਾਈ। ਇਹਨਾਂ ਦੀ ਬਰਾਬਰੀ ਕੋਈ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਨਹੀਂ ਕਰ ਸਕਦੇ ਐ। ਸਤਿਗੁਰ ਕੋ ਸਿੱਖਨ ਸੋ ਮੇਲਾ। ਬਾਕੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਤਾਂ ਮੇਲ ਮਲਾਪ ਮੁੱਢ ਤੋਂ ਲੈ ਕੇ ਸਿੱਖਾਂ ਨਾਲ ਰਿਹਾ। ਰਾਜਸੀ ਲੋਕਾਂ ਤੋਂ ਅਸਾਂ ਕੀ ਲੈਣਾ ਹੈ। ਸਕਲ ਥਾਨ ਮਹਿ ਹੋਤ ਸੁਹੇਲਾ। ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਜਿਹੜਾ ਸੰਬੰਧ ਹੈ ਸਦਾ ਸਿੱਖਾਂ ਨਾਲ ਹੀ ਹੈ, ਤੇ ਸਿੱਖਾਂ ਨਾਲ ਕੀਤਾ ਹੋਇਆ ਸੰਬੰਧ ਸਦਾ ਸੁਹੇਲਾ, ਕਹੀਏ ਸੁਖ ਦੇਣ ਵਾਲਾ ਹੁੰਦਾ ਹੁਣ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ। ਅਹੰਕਾਰੀ ਮਨਮੁਖ ਨਰ ਜੋਏ। ਤੇ ਬਾਕੀ ਜਿਹੜੇ ਕੋਈ ਹੰਕਾਰੀ ਲੋਕ ਹੈ, ਗੁਰੂ ਕਿਆਂ ਤੋਂ ਮਨਮੁਖ ਲੋਕ ਹਨ। ਸਤਿਗੁਰ ਸੰਗ ਮੇਲ ਨਹਿ ਹੋਏ। ਗੁਰੂ ਪਾਤਸ਼ਾਹ ਦੇ ਘਰ ਨਾਲ ਉਹਨਾਂ ਦਾ ਮੇਲ ਨਹੀਂ ਹੁੰਦਾ। ਮਹਾਰਾਜ ਕਹਿੰਦੇ ਗੁਰੂ ਦਾ ਮੇਲ ਤਾਂ ਭਾਈ ਸੰਗਤਾਂ ਨਾਲ ਹੈ, ਗੁਰੂ ਦਾ ਰਿਸ਼ਤਾ ਵੀ। ਗੁਰ ਸਿੱਖਾ ਏਕੋ ਪਿਆਰ, ਗੁਰ ਮਿੱਤਾ ਪੁੱਤਾਂ ਭਾਈਆਂ। ਗੁਰੂ ਵਾਸਤੇ ਜਿਹੋ ਜਿਹੇ ਪੁੱਤ ਹੈ, ਜਿਹੋ ਜਿਹੇ ਭਰਾ ਹੈ, ਉਹੋ ਜਿਹੇ ਸਿੱਖ ਹੈ। ਮਹਾਰਾਜ ਸਭ ਨੂੰ ਇੱਕੋ ਜਿਹਾ ਜਾਣਦੇ ਆ ਵੀ ਸਾਡਾ ਪ੍ਰੇਮ ਤਾਂ ਮਹਾਰਾਜ ਕਹਿੰਦੇ ਸਿੱਖਾਂ ਨਾਲ ਹੀ ਸਾਡਾ ਲੈਣ ਦੇਣ ਹੈ, ਤੇ ਸਿੱਖਾਂ ਨਾਲ ਹੀ ਸਾਡਾ ਸਾਰਾ ਵਿਹਾਰ ਹੈ। ਅਸੀਂ ਉਹਨਾਂ ਤੋਂ ਕੀ ਲੈਣਾ। ਹੰਕਾਰੀ ਲੋਕ ਮਨਮੁਖ ਜਿਹੜੇ ਹੈ, ਉਹਨਾਂ ਦਾ ਗੁਰੂ ਘਰ ਨਾਲ ਕਦੇ ਮੇਲ ਨਹੀਂ ਆਉਂਦਾ ਹੈ। ਜੇਕਰ ਮਿਲਹਿ ਉਠਤ ਉਤਪਾਤ। ਹਾਂ, ਜੇ ਕਿਤੇ ਕੋਈ ਸੰਬੰਧ ਬਣ ਵੀ ਜਾਵੇ ਨਾ ਹੰਕਾਰੀਆਂ ਨਾਲ ਗੁਰੂ ਕਿਆਂ ਦਾ, ਉਹ ਬੜਾ ਸਮਾਂ ਨਿਭਦਾ ਨਹੀਂ। ਸਮਾਂ ਪਾ ਕੇ ਉਹਦੇ ਵਿੱਚ ਕੋਈ ਨਾ ਕੋਈ ਉਪਦਰਵ ਆ ਜਾਂਦਾ, ਕੋਈ ਨਾ ਕੋਈ ਵੱਡਾ ਪਾਪ ਉੱਠ ਖਲੋਂਦਾ ਹੈ। ਜਿਉ ਰਵ ਰਾਹੋ ਗਗਨ ਮਿਲ ਜਾਤ। ਜਿਵੇਂ ਸੂਰਜ ਤੇ ਰਾਹੂ ਦੋਵੇਂ ਜਦੋਂ ਇਕੱਠੇ ਹੋ ਜਾਂਦੇ ਆਕਾਸ਼ ਵਿੱਚ, ਤੇ ਸੂਰਜ ਫਿਰ ਗ੍ਰਹਿਣ ਲੱਗ ਜਾਂਦਾ ਨਾ, ਸੂਰਿਆ ਗ੍ਰਹਿਣ ਕਹਿੰਦੇ ਜਿਹਨੂੰ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਗੁਰੂ ਕੇ ਸੂਰਜ ਵਰਗੇ ਆ, ਤੇ ਹੰਕਾਰੀ ਇਹ ਰਾਹੂ ਗ੍ਰਹਿਣ ਵਰਗੇ ਆ। ਜਦੋਂ ਇਹ ਮਿਲ ਜਾਣ ਤੇ ਫਿਰ ਗ੍ਰਹਿਣ ਬਣ ਜਾਂਦਾ। ਤੋ ਇਸੇ ਤਰ੍ਹਾਂ ਵੀ ਹੰਕਾਰੀਆਂ ਨਾਲ ਪਾਤਸ਼ਾਹ ਮਹਾਰਾਜ ਦੇ ਘਰ ਦਾ ਮੇਲ ਨਹੀਂ ਕਦੇ ਆਉਂਦਾ ਹੈ। ਤੋ ਗਰੀਬ ਨਵਾਜ ਮਹਾਰਾਜ ਅੱਗੇ ਕਹਿ ਰਹੇ ਹਨ। ਜਾਂ ਤੇ ਸ੍ਰੀ ਨਾਨਕ ਸੁਖਦਾਈ। ਤੋ ਪਿਆਰੀ ਸਾਧ ਸੰਗਤ ਜੀ, ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋ ਬੜੇ ਸੁੱਖਾਂ ਦੇ ਦੇਣ ਵਾਲੇ ਹਨ। ਸਿੱਖਨ ਸੋ ਹਮ ਬਨਤ ਬਨਾਈ। ਸਾਡੀ ਸਾਰਿਆਂ ਦੀ ਬਣਤ ਜਿਹੜੀ ਸਿੱਖਾਂ ਨਾਲ ਬਣਾਈ ਹੈ, ਵੀ ਤੁਸੀਂ ਸਦਾ ਭਾਈ ਗੁਰੂ ਕਿਆਂ ਸਿੱਖਾਂ ਨਾਲ ਹੀ ਵਰਤਣਾ ਹੈ, ਤੇ ਸਿੱਖਾਂ ਨੇ ਗੁਰੂ ਕਿਆਂ ਦੇ ਨਾਲ ਵਰਤਣਾ ਹੈ। ਦੇਵਗ ਸੋ ਸ੍ਰੀ ਅਰਜਨ ਭਾਖਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਪਾਸ ਬੈਠੇ ਹੋਏ ਬ੍ਰਾਹਮਣ ਨੂੰ ਆਖਿਆ ਹੈ। ਪੂਰਨ ਕਰਹੁ ਸਭਿਨ ਅਬ ਭਾਖਾ। ਅਬੇ ਲਾਖਾ ਮਹਾਰਾਜ ਕਹਿੰਦੇ ਭਾਈ ਬ੍ਰਾਹਮਣ ਜੀ, ਕਰੋ ਖਾਂ ਸਾਰਿਆਂ ਸਿੱਖਾਂ ਦੇ ਮਨ ਦੀ ਰੀਝ ਪੂਰੀ। ਲਓ ਭਾਈ ਨਰੈਣ ਦਾਸ ਦੀ ਮਨ ਦੀ ਇੱਛਾ ਵੀ ਅੱਜ ਪੂਰੀ ਕਰ ਦੇਣੀ ਕਰੋ। ਇਹ ਨਾਤਾ ਲੀਜੈ ਹਿਤ ਸਾਥ। ਪ੍ਰੇਮ ਦੇ ਨਾਲ ਨਰੈਣ ਦਾਸ ਦੀ ਧੀ ਦਾ ਰਿਸ਼ਤਾ ਕਬੂਲਿਆ ਜਾਵੇ ਹਰਗੋਬਿੰਦ ਸਾਹਿਬ ਵਾਸਤੇ। ਦੇਹੁ ਟੀਕਾ ਹਰਗੋਬਿੰਦ ਮਾਥ। ਤੇ ਹਰਗੋਬਿੰਦ ਸਾਹਿਬ ਸਾਹਿਬਜ਼ਾਦਾ ਦੇ ਮੱਥੇ ਤੇ ਇਹਨਾਂ ਦੀ ਪੁੱਤਰੀ ਦੇ ਨਾਂ ਦਾ ਸ਼ਗਨ ਲਾਇਆ ਜਾਵੇ। ਇਹਨਾਂ ਦਾ ਜਿਹੜਾ ਰਿਸ਼ਤਾ ਕਬੂਲ ਕਰਕੇ ਹਰਗੋਬਿੰਦ ਸਾਹਿਬ ਨੂੰ ਸ਼ਗਨ ਲਾਇਆ ਜਾਵੇ, ਮੱਥੇ ਤੇ ਟਿੱਕਾ ਲਾਇਆ ਜਾਵੇ। ਚਾਹੀਏ ਸਮਗਰੀ ਜੋ ਸੁਖਦਾਈ। ਲਿਆਓ ਸਮਗਰੀ ਜਿਹੜੀ ਕੋਈ ਚਾਹੀਦੀ ਹੁੰਦੀ ਆ ਸ਼ਗਨ ਵਾਸਤੇ। ਮਹਾਰਾਜ ਨੇ ਭਾਈ ਨਰੈਣ ਦਾਸ ਨੂੰ ਆਖਿਆ ਹੈ। ਤੁਰਤ ਨਰਾਇਣ ਦਾਸ ਮੰਗਾਈ। ਤੇ ਸਿੱਖਾਂ ਨੂੰ ਭੇਜ ਕੇ, ਹੁਣ ਅੰਮ੍ਰਿਤਸਰ ਸਾਹਿਬ ਲਾਗੇ ਹੀ ਤਾਂ ਬਾਜ਼ਾਰ ਹੈ, ਬਾਜ਼ਾਰ ਦੇ ਵਿੱਚੋਂ ਜਿਹੜਾ ਕੋਈ ਸ਼ਗਨ ਦੀ ਰਸਮ ਕੋਈ ਚਾਹੀਦਾ ਹੁੰਦਾ, ਕੋਈ ਸਾਜੋ ਸਮਾਨ, ਉਹ ਸਾਰਾ ਸਾਜੋ ਸਮਾਨ ਭਾਈ ਨਰੈਣ ਦਾਸ ਜੀਆਂ ਮੰਗਵਾ ਲਿਆ ਹੈ। ਪਾਈ ਹਰਗੋਬਿੰਦ ਕੀ ਝੋਰੀ। ਤੇ ਚੋਜੀ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਝੋਲੀ ਵਿੱਚ ਸ਼ਗਨ ਪਾ ਦਿੱਤਾ ਹੈ। ਭਈ ਸਭਨ ਕੇ ਖੁਸ਼ੀ ਨਾ ਥੋਰੀ। ਸਾਰੀ ਸੰਗਤ ਦੇ ਹਿਰਦੇ ਵਿੱਚ ਬੜਾ ਚਾਅ ਉੱਠ ਖਲੋਤਾ ਹੈ। ਕਰਿਓ ਨਿਕਾਸਨ ਮਸਤਕ ਟੀਕਾ। ਤੇ ਕੇਸਰ ਦਾ ਟਿੱਕਾ ਹਜੂਰ ਪਾਤਸ਼ਾਹ ਦੇ ਮੱਥੇ ਤੇ ਕੱਢ ਦਿੱਤਾ ਹੈ। ਅਛਤ ਸਹਤ ਬਜਾਰਤ ਨੀਕਾ। ਬਰਾਜਤ ਨੀਕਾ ਕਹਿੰਦੇ ਉਹ ਚੌਲਾਂ ਦੇ ਦਾਣਿਆਂ ਜਾਂ ਦੇ ਸਮੇਤ ਬਹੁਤ ਸੋਭਾ ਪਾਉਂਦਾ ਜਿਹੜਾ ਵੈ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੱਥੇ ਤੇ ਪੀਲੇ ਰੰਗ ਦਾ ਜੋ ਟਿੱਕਾ ਲੱਗਾ ਹੈ। ਦੋਹਰਾ
ਕੇਸਰ ਤਿਲਕ ਸੁਦੇਵ ਗੁਰ। ਤੇ ਇਧਰ ਸਾਧ ਸੰਗਤ ਜੀ ਕਿਵੇਂ ਸ਼ੋਭਾ ਪੈਂਦੀ ਹਰਗੋਬਿੰਦ ਸਾਹਿਬ ਤੇ ਮੱਥੇ ਤੇ ਲੱਗਾ ਹੋਇਆ ਕੇਸਰ ਦਾ ਟਿੱਕਾ ਇਸ ਤਰ੍ਹਾਂ ਸ਼ੋਭਾ ਪਾਉਂਦਾ ਹੈ ਜਿਵੇਂ ਬ੍ਰਹਸਪਤ ਹੁੰਦਾ ਹੈ ਨਾ, ਜਿਹੜਾ ਕੋਈ ਦੇਵਤਾ ਮੰਨਿਆ ਹਿੰਦੂਆਂ ਨੇ, ਤਿਸ ਕੇ ਮੰਡਲ ਆਏ। ਤੇ ਜਿਹੜਾ ਹੈ ਉਹ ਕੀ ਨਾਂ ਲੈਂਦੇ ਆ ਬ੍ਰਹਸਪਤ ਜਿਹੜਾ ਉਹ ਹਰਗੋਬਿੰਦ ਸਾਹਿਬ ਦੇ ਮੱਥੇ ਤੇ ਟਿੱਕਾ ਰੂਪ ਕਰ ਆਇਆ ਹੋਵੇ। ਅਛਤ ਜਨ ਸਸ ਕਲਾ ਗਨ। ਤੇ ਇਸੇ ਤਰ੍ਹਾਂ ਜਿਹੜੇ ਚੌਲਾਂ ਦੇ ਦਾਣੇ ਆ, ਕਿਉਂਕਿ ਜਿਹੜਾ ਬ੍ਰਹਸਪਤ ਉਹ ਪੀਲੇ ਬਸਤਰ ਪਹਿਨ ਦਾ ਮੰਨਦੇ ਆ, ਤੋ ਹਰਗੋਬਿੰਦ ਸਾਹਿਬ ਦੇ ਮੱਥੇ ਤੇ ਮਾਨੋ ਬ੍ਰਹਸਪਤ ਉਹ ਟਿੱਕੇ ਰੂਪ ਵਿੱਚ ਹੋਵੇ। ਚਿੱਟੇ ਚੌਲਾਂ ਦੇ ਜਿਹੜੇ ਦਾਣੇ ਉਹ ਮਾਨੋ ਜਿਵੇਂ ਚੰਦਰਮਾ ਬ੍ਰਹਸਪਤ ਦੇ ਪਾਸ ਆਇਆ ਹੋਵੇ। ਤਰਾਸ ਰਾਹੋ ਤੇ ਪਾਏ। ਆ ਰਾਹੂ ਜਿਹੜਾ ਗ੍ਰਹਿਣ ਆ ਉਹਦੇ ਤੋਂ ਡਰ ਪਾ ਕੇ ਵੀ ਉਹਦੀ ਸ਼ਰਨ ਵਿੱਚ ਆ ਜਾਂਦਾ। ਉਹ ਜਿਵੇਂ ਪੀਲੇ ਦੇ ਰੰਗ ਦਾ ਟਿੱਕਾ ਹੈ, ਚਿੱਟੇ ਚਿੱਟੇ ਚੌਲਾਂ ਦੇ ਦਾਣੇ ਸ਼ੋਭ ਰਹੇ ਹਨ। ਚੌਪਈ ਧੰਨ ਧੰਨ ਸਭ ਸਭਾ ਬਖਾਨਾ। ਤੇ ਸਾਰੀ ਸਭਾ ਜਿਹੜੀ ਹੈ ਨਾ ਉਹ ਭਾਈ ਨਰੈਣ ਦਾਸ ਨੂੰ ਧੰਨ ਹੈ, ਭਾਈ ਗੁਰੂ ਕਿਆ ਸਿੱਖਾ ਤੂੰ ਧੰਨ ਹੈ। ਸਾਰੀ ਸਭਾ ਭਾਈ ਨਰੈਣ ਦਾਸ ਦੀ ਸ਼ੋਭਾ ਕਰ ਰਹੀ ਹੈ। ਦਾਸ ਨਰਾਇਣ ਬਹੁ ਸਨਮਾਨਾ। ਸਾਰੀ ਸੰਗਤ ਨੇ ਭਾਈ ਨਰੈਣ ਦਾਸ ਡੱਲੇ ਨਿਵਾਸੀ ਦਾ ਬੜਾ ਸਤਿਕਾਰ ਕੀਤਾ ਹੈ। ਹਰੀ ਚੰਦ ਇੱਕ ਖੱਤਰੀ ਔਰ। ਇਹਨੇ ਨੂੰ ਸਾਧ ਸੰਗਤ ਜੀ ਇੱਕ ਹਰੀ ਚੰਦ ਨਾਮ ਦਾ ਹੋਰ ਛਤਰੀ ਜਿਹੜਾ ਗੁਰੂ ਕਾ ਸਿੱਖ ਮਹਾਰਾਜ ਦੇ ਪਾਸ ਬੈਠਾ ਹੋਇਆ। ਲੰਮ ਗੋਤ ਬੈਠਿਓ ਤਿਸ ਠੌਰ। ਤੇ ਇਹ ਸਾਧ ਸੰਗਤ ਜੀ ਲੰਮ ਗੋਤ ਦਾ ਖੱਤਰੀ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਗਤ ਵਿੱਚ ਬੈਠਾ ਹੋਇਆ ਹੈ। ਦੇਹ ਬਿਲੋਕ ਤਿਨ ਹਿਰਦੈ ਵਿਚਾਰਾ। ਤੇ ਇਹ ਸਾਰਾ ਕੁਝ ਭਾਈ ਨਰੈਣ ਦਾਸ ਦੀ ਪੁੱਤਰੀ ਦਾ ਰਿਸ਼ਤਾ ਪਾਤਸ਼ਾਹ ਨੇ ਪ੍ਰਵਾਨ ਕੀਤਾ। ਇਹ ਸਾਰੇ ਦਾ ਸਾਰਾ ਮਾਹੌਲ ਇਸ ਨੇ ਆਪਣੇ ਅੱਖਾਂ ਨਾਲ ਵੇਖਿਆ ਹੈ। ਇਸ ਤੇ ਆਛੀ ਅਪਰ ਕਾ ਨਾ ਕਾਰਾ। ਤੇ ਹਰੀ ਚੰਦ ਨੇ ਆਖਿਆ ਵੀ ਇਸ ਤੋਂ ਵੱਡੀ ਤਾਂ ਹੋਰ ਕੋਈ ਸੇਵਾ ਨਹੀਂ ਹੋ ਸਕਦੀ ਹੈ। ਮਮ ਘਰ ਸੁਤਾ ਨਾ ਅਰਪਨ ਕਰਾਂ। ਤੇ ਮਮ ਕਰ ਸੁਤਾ ਸੋ ਅਰਪਨ ਕਰੋ, ਵੀ ਮੇਰੇ ਘਰ ਵਿੱਚ ਹੀ ਵੀ ਕੀ ਪੁੱਤਰੀ ਹੈ ਤੇ ਕਿਉਂ ਨਾ ਹੋਵੇ ਵੀ ਮੈਂ ਵੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਾਸਤੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰਿਸ਼ਤੇ ਲਈ ਬੇਨਤੀ ਕਰ ਦੇਵਾਂ। ਇਸੀ ਸਮੇਂ ਮਹਿ ਉਚਿਤ ਨਾ ਟਰਾਂ। ਵੀ ਇਹ ਸਮਾਂ ਬੜਾ ਚੰਗਾ ਹੈ, ਮੈਨੂੰ ਟਲਣਾ ਨਹੀਂ ਚਾਹੀਦਾ, ਹੁਣ ਉਕਣਾ ਨਹੀਂ ਚਾਹੀਦਾ ਹੈ। ਖਰੇ ਹੋਏ ਸੋ ਬਿਨਤੀ ਕਹਾ। ਤੇ ਖੜਾ ਹੋ ਗਿਆ ਭਾਈ ਹਰੀ ਚੰਦ ਵੀ, ਇਹਨੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ ਵੈ। ਦੁਆ ਸੰਮਤ ਕੀ ਦਹਤਾ ਅਹ। ਇਹ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਨਾਨਕੀ ਨਾਮ ਦੀ ਇੱਕ ਪੁੱਤਰੀ ਹੈ। ਸੋ ਮੈਂ ਚਾਹੋ ਦਿਓ ਤੁਮ ਪਾਸੀ। ਪਾਤਸ਼ਾਹ ਜੀ ਮੇਰੇ ਮਨ ਦੀ ਇੱਛਾ ਫੁਰਨਾ ਹੈ ਗਰੀਬ ਨਵਾਜ, ਵੀ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੀ ਪੁੱਤਰੀ ਤੁਹਾਡੇ ਹਰਗੋਬਿੰਦ ਸਾਹਿਬ ਪਾਤਸ਼ਾਹ ਸਾਹਿਬਜ਼ਾਦਾ ਜੀ ਦੀ ਸੇਵਾ ਵਿੱਚ ਹਾਜ਼ਰ ਕਰਾਂ, ਤਾਂ ਕਿ ਸਾਡੀ ਕੁਲ ਵੀ ਸਫਲੀ ਹੋਵੇ। ਅਸੀਂ ਵੀ ਤੁਹਾਡੇ ਘਰ ਦੀ ਸੇਵਾ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਾਡੀ ਪੁੱਤਰੀ ਸਾਰੀ ਉਮਰ ਚਰਨ ਧੋ ਧੋ ਕੇ ਆਪਣਾ ਜਿਹੜਾ ਵਾ ਜਨਮ ਸਫਲਾ ਕਰ ਲਵੇ। ਹਰਗੋਬਿੰਦ ਕੀਨ ਬਨ ਐ ਦਾਸੀ। ਹਾਂ, ਹਰਗੋਬਿੰਦ ਕੀ ਬਨ ਹੈ ਦਾਸੀ। ਮੇਰੇ ਮਨ ਦਾ ਫੁਰਨਾ ਪਾਤਸ਼ਾਹ ਵੀ ਮੇਰੇ ਗਰੀਬ ਸਿੱਖ ਦੀ ਧੀ ਤੁਹਾਡੇ ਹਰਗੋਬਿੰਦ ਸਾਹਿਬ ਪਾਤਸ਼ਾਹ ਸਾਹਿਬਜ਼ਾਦਾ ਜੀ ਦੇ ਘਰ ਦੀ ਦਾਸੀ ਸੇਵਕਾ ਬਣੇ, ਉਹਨਾਂ ਦੇ ਚਰਨ ਧੋਇਆ ਕਰੇ ਸਾਰੀ ਉਮਰ। ਤੋ ਧੰਨ ਮਾਤਾ ਸਤ ਸੰਗਤ ਜੀ ਨਾਨਕੀ ਜੀ, ਜਿਨ੍ਹਾਂ ਦੇ ਫਿਰ ਕੁੱਖੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀਆਂ ਅਵਤਾਰ ਧਾਰਿਆ ਤੇ ਮਹਾਨ ਤਪੀ ਤਪਸਵੀ ਬਾਬਾ ਅਟਲ ਰਾਏ ਜੀਆਂ ਪ੍ਰਗਟ ਹੋਏ ਸਨ। ਤੋ ਗੁਰੂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਇਹ ਮਾਤਾ ਨਾਨਕੀ ਜੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਫਿਰ ਦਾਦੀ ਹੋਏ ਹੈ। ਧੰਨ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਸਾਹਿਬ, ਧੰਨ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਇਹਨਾਂ ਦੇ ਪੜਦਾਦੀ ਹੋਏ ਆ। ਧੰਨ ਮਾਤਾ ਨਾਨਕੀ ਜੀ ਬਹੁਤ ਲੰਮੀ ਉਮਰ ਦੇ ਹੋਏ ਆ। ਅੱਗੇ ਇਤਿਹਾਸ ਆਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਵਰਦਾਨ ਦਿੱਤਾ ਸੀ ਆਪਣੇ ਮਹਿਲ ਮਾਤਾ ਨਾਨਕੀ ਜੀ ਨੂੰ ਵੀ ਤੁਸੀਂ ਲੰਮੀ ਉਮਰ ਭੋਗੋਗੇ ਤੇ ਤੁਸੀਂ ਆਪਣੇ ਪੋਤਰੇ ਦਾ ਮੂੰਹ ਵੇਖੋਗੇ। ਉਹ ਪੋਤਰਾ ਐਸਾ ਹੋਵੇਗਾ ਵੀ ਜਿਸ ਦੇ ਪ੍ਰਤਾਪ ਤੋਂ ਸਾਰੇ ਪਾਪੀ ਸੰਕੋਚ ਕਰਿਆ ਕਰਨਗੇ। ਵੱਡੇ ਵੱਡੇ ਯੋਧੇ ਉਹਨਾਂ ਨੂੰ ਵੇਖ ਕੇ ਆਪਣੀਆਂ ਸ਼ਮਸ਼ੀਰਾਂ ਮਿਆਨਾਂ ਚੋਂ ਨਹੀਂ ਕੱਢਿਆ ਕਰਨਗੇ, ਚਰਨੀ ਡਿੱਗ ਪਿਆ ਕਰਨਗੇ। ਤੋ ਸੈਦ ਖਾਂ ਵਰਗੇ ਖਾਲਸਾ ਜੀ ਚੜ੍ਹ ਚੜ੍ਹ ਕੇ ਆਉਂਦੇ ਰਹੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪ੍ਰਤਾਪ ਵੇਖ ਕੇ 50,000 ਫੌਜ ਦੇ ਸਮੇਤ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਡਿੱਗ ਪਿਆ ਸੀ। ਘਰੋਂ ਲੜਨ ਆਇਆ ਸੀ ਤੇ ਢਾਲ ਵੀ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤੀ, ਤਲਵਾਰ ਵੀ ਆਪਦੀ ਚਰਨਾਂ 'ਚ ਰੱਖ ਕੇ ਆਖਿਆ ਮਹਾਰਾਜ ਮੈਂ ਤੇਰਾ ਬੰਦਾ, ਕਿਰਪਾ ਕਰਕੇ ਮਹਾਰਾਜ ਮੈਨੂੰ ਆਪਦੀ ਸ਼ਰਨ 'ਚ ਰੱਖ ਲਓ। ਤੋ ਸਾਧ ਸੰਗਤ ਜੀ ਫੌਜ ਨੂੰ ਕਹਿ ਦਿੱਤਾ ਭਾਈ
ਚਾਹੇ ਮਹਾਰਾਜ ਦੇ ਚਰਨੀ ਲੱਗ ਜਾਓ ਤੇ ਚਾਹੇ ਤੁਸੀਂ ਪਿੱਛੇ ਮੁੜ ਜਾਓ, ਆਪਦੇ ਰਾਜਿਆਂ ਦੀ ਸੇਵਾ ਕਰੋ। ਇਹ ਸੈਦ ਖਾਂ ਤਾਂ ਹੁਣ ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਚਰਨਾਂ ਦਾ ਦਾਸ ਬਣ ਗਿਆ, ਜੁੱਤੀ ਬਣ ਗਿਆ। ਸਾਰੀ ਫੌਜ ਮੋੜ ਦਿੱਤੀ ਸੀ, ਘਰੋਂ ਚੜ੍ਹ ਕੇ ਆਇਆ ਸੀ ਮਹਾਰਾਜ ਤੇ। ਇੰਨਾ ਪ੍ਰਤਾਪ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ। ਇਹ ਪੋਤਰੇ ਸਨ ਪਾਤਸ਼ਾਹ ਜੀ ਮਾਤਾ ਨਾਨਕੀ ਜੀਆਂ ਦੇ। ਤੋ ਹਰੀ ਚੰਦ ਜੀਆਂ ਹਜ਼ੂਰ ਦੇ ਚਰਨੀ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇੱਛਾ ਹੈ ਮਨ ਵਿੱਚ ਵੀ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਦਾਸੀ ਸੇਵਕਾ ਬਣ ਜਾਵੇ ਸਾਡੀ ਪੁੱਤਰੀ ਨਾਨਕੀ। ਆਪ ਅਨਾਥਨ ਕੇ ਹੋ ਨਾਥ। ਆਪ ਮਹਾਰਾਜ ਜਿਹੜੇ ਅਨਾਥ ਲੋਕ ਹੈ ਨਾ, ਜਿਨ੍ਹਾਂ ਦਾ ਕੋਈ ਨਹੀਂ ਸਿਰ ਦਾ ਸਾਈਂ ਖਸਮ, ਉਹਨਾਂ ਸਾਰਿਆਂ ਦੇ ਸਾਈਂ ਮਾਲਕ ਸੁਆਮੀ ਹੋ। ਜਾਂ ਤੇ ਕਹੋ ਜੋਰ ਜੁਗ ਹਾਥ। ਇਸ ਲਈ ਮਹਾਰਾਜ ਮੈਂ ਵੀ ਤੁਹਾਡੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਕੀਜਹ ਅੰਗੀਕਾਰ ਸਗਾਈ। ਮੇਰੀ ਧੀ ਦੀ ਸਗਾਈ ਵੀ ਰਿਸ਼ਤਾ ਵੀ ਪਾਤਸ਼ਾਹ ਆਪ ਜੀ ਅੰਗੀਕਾਰ ਕਰੋ, ਮੰਨ ਲਵੋ ਜੀ। ਮਨ ਬਚ ਕਰਮ ਤੇ ਮੈਂ ਸ਼ਰਨਾਈ। ਮਹਾਰਾਜ ਮੈਂ ਮਨ ਬਾਣੀ ਸਰੀਰ ਕਰਕੇ ਤੁਹਾਡੀ ਸ਼ਰਨੀ ਪੈਂਦਾ ਹਾਂ। ਸ੍ਰੀ ਅਰਜਨ ਸੁਨ ਕੈ ਸਿੱਖ ਬਿਨਤੀ। ਤੇ ਸਿੱਖ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਭਏ ਪ੍ਰੇਮ ਵਸ ਤਜ ਸਭ। ਗਿਣਤੀ ਸਾਰੀ ਗਿਣਤੀ ਮਿਣਤੀ ਛੱਡ ਦਿੱਤੀ ਤੇ ਸਿੱਖ ਦੀ ਅਰਦਾਸ ਸੁਣ ਕੇ ਸਾਧ ਸੰਗਤ ਜੀ, ਤੂੰ ਭਗਤਾ ਕੈ ਵਸ ਭਗਤਾਂ ਤਾਣ ਤੇਰਾ। ਗਰੀਬ ਨਵਾਜ ਪਰਮੇਸ਼ਰ ਕਿਹਦੇ ਵਸ ਹੈ? ਸਾਧ ਸੰਗਤ ਜੀ ਭਗਤਾਂ ਦੇ। ਤੋ ਗਰੀਬ ਨਵਾਜ ਪਾਤਸ਼ਾਹ ਨੇ ਸਿੱਖ ਦੇ ਪ੍ਰੇਮ ਸਹਿਤ ਬਚਨ ਸੁਣੇ, ਪ੍ਰੇਮ ਦੇ ਵਸ ਹੋ ਬੈਠੇ, ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਦਿੱਤੀਆਂ ਹਨ। ਭਨਿਓ ਬਾਕ ਇਹ ਭੀ ਲੈ ਲੇਹੋ। ਤੇ ਹੱਸ ਕੇ ਮਹਾਰਾਜ ਗਰੀਬ ਨਵਾਜ ਬ੍ਰਾਹਮਣ ਨੂੰ ਕਹਿੰਦੇ, ਠੀਕ ਹੈ ਬ੍ਰਾਹਮਣ ਜੀ, ਇਹ ਹਰੀ ਚੰਦ ਦੀ ਪੁੱਤਰੀ ਦਾ ਵੀ ਰਿਸ਼ਤਾ ਲੈ ਲਿਆ ਜਾਵੇ। ਆਸਾ ਸਿੱਖਨ ਕੀ ਪੂਰੇ ਹੋ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਸਦਾ ਸਿੱਖਾਂ ਦੀ ਆਸਾ ਪੂਰੀ ਕਰਦਾ ਹੈ। ਇਹ ਹਰੀ ਚੰਦ ਨਾਵੇਂ ਸਿੱਖ ਦੀ ਵੀ ਇੱਛਾ ਪੂਰੀ ਕੀਤੀ ਜਾਵੇ, ਲੈਣਾ ਦੇਣਾ ਸਾਥ ਹਮਾਰੇ। ਕਿਉਂਕਿ ਸਾਡੇ ਨਾਲ ਤਾਂ ਸਿੱਖਾਂ ਦਾ ਹੀ ਲੈਣ ਦੇਣਾ, ਜਾਂ ਸਾਡੇ ਘਰ ਦਾ ਤਾਂ ਸਿੱਖਾਂ ਦੇ ਨਾਲ ਹੀ ਪ੍ਰੇਮ ਹੈ, ਸਿੱਖਾਂ ਨਾਲ ਹੀ ਲੈਣ ਦੇਣ ਹੈ। ਗੁਰ ਸਿੱਖਨ ਕੀ ਸਾਂਝ ਉਦਾਰੇ। ਗੁਰੂ ਕੀ ਤੇ ਗੁਰੂ ਕਿਆਂ ਦੀ ਤੇ ਸਿੱਖਾਂ ਦੀ ਮੁੱਢ ਕਦੀਮੋਂ ਬੜੀ ਭਾਰੀ ਸਾਂਝ ਰਹੀ ਹੈ। ਹਰੀ ਚੰਦ ਤਬ ਹੋਏ ਨਜੀਕਾ। ਵੀ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਗੁਰਿਆਈ ਦੇ ਦਿੱਤੀ ਸੀ ਸਿੱਖ ਨੂੰ, ਅਸੀਂ ਤਾਂ ਫਿਰ ਸਗਾਈ ਰਿਸ਼ਤਾ ਕਰਨਾ। ਵੀ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਿੱਖ ਭਾਈ ਲਹਿਣਾ ਨੂੰ ਗੁਰਤਾ ਦੇ ਦਿੱਤੀ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬਾਬਾ ਅਮਰਦਾਸ ਜੀਆਂ ਦੀ ਸੇਵਾ ਤੋਂ ਖੁਸ਼ ਹੋ ਕਰਕੇ ਗੁਰਿਆਈ ਪੁੱਤਰਾਂ ਨੂੰ ਛੱਡ ਕੇ ਤੇ ਸਿੱਖ ਨੂੰ ਦੇ ਦਿੱਤੀ। ਇਸ ਘਰ ਦਾ ਤਾਂ ਲੈਣ ਦੇਣ ਹੀ ਸਦਾ ਭਾਈ ਸਿੱਖਾਂ ਨਾਲ ਹੈ। ਕਦੇ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਸਿੱਖਾਂ ਤੋਂ ਕੁਝ ਲੁਕੋਇਆ। ਜੇ ਸਿੱਖ ਬੇਨਤੀ ਕਰਦਾ ਹੈ ਤੇ ਜ਼ਰੂਰ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਤੋ ਹਰੀ ਚੰਦ ਤਬ ਹੋਏ ਨਜੀਕਾ, ਪਾਤਸ਼ਾਹ ਦਾ ਹੁਕਮ ਪਾ ਕੇ ਜਿਹੜਾ ਬਾਬਾ ਹਰੀ ਚੰਦ ਜੀ ਹੈ ਮਾਤਾ ਨਾਨਕੀ ਜੀ ਦੇ ਪਿਤਾ, ਹਰਗੋਬਿੰਦ ਸਾਹਿਬ ਦੇ ਲਾਗੇ ਹੋ ਬੈਠੇ ਐ। ਦਿਓ ਸਗਨ ਅਰ ਕਾਢਿਓ ਟੀਕਾ। ਤੇ ਹਰਗੋਬਿੰਦ ਸਾਹਿਬ ਮਹਾਰਾਜ ਦੀ ਝੋਲੀ ਵਿੱਚ ਸਾਧ ਸੰਗੀ ਸ਼ਗਨ ਪਾਇਆ ਤੇ ਗਰੀਬ ਨਵਾਜ ਦੇ ਮੱਥੇ ਤੇ ਤਿਲਕ ਕੱਢ ਦਿੱਤਾ ਹੈ। ਲੋਕ ਹਜ਼ਾਰੋਂ ਅਦਭੁਤ ਹੈਰੇ। ਹੀਰੇ ਸਾਰੀ ਸੰਗਤ ਵੇਖ ਵੇਖ ਕੇ ਹੈਰਾਨ ਹੋ ਰਹੀ ਹੈ। ਸਭ ਕੇ ਉਮਗਿਓ ਆਨੰਦ ਵਡੇਰੇ। ਸਾਰੀ ਸੰਗਤ ਦੇ ਹਿਰਦੇ ਵਿੱਚ ਬਹੁਤ ਭਾਰੀ ਆਨੰਦ ਹੋ ਰਿਹਾ ਹੈ। ਕਹ ਪਰਸਪਰ ਚੌਂਪ ਵਧਾਈ। ਤੇ ਉਤਸ਼ਾਹ ਚਾਅ ਸਿੱਖਾਂ ਦੇ ਵਿੱਚ ਬੜਾ ਫੈਲਿਆ ਹੈ। ਆਪਸ ਦੇ ਵਿੱਚ ਸੰਗਤ ਇਉਂ ਗੱਲਾਂ ਕਰਨ ਲੱਗੀ ਹੈ। ਇੱਕ ਤਿਆਗੇ ਭਾਈ ਦੋਏ ਸਗਾਈ। ਵੀ ਚੰਦੂ ਆਕੜਦਾ ਸੀ, ਹੰਕਾਰ ਕਰਦਾ ਸੀ ਮਹਾਰਾਜ ਦੇ ਘਰ ਨਾਲ। ਹਰਗੋਬਿੰਦ ਸਾਹਿਬ ਦਾ ਇੱਕ ਰਿਸ਼ਤਾ ਗਿਆ, ਮਹਾਰਾਜ ਨੇ ਜਵਾਬ ਦਿੱਤਾ। ਤੇ ਗਰੀਬ ਨਵਾਜ ਦੀਆਂ ਇਹੀ ਜਾਣਨ, ਇੱਕ ਦੀ ਥਾਵੇਂ ਹਰਗੋਬਿੰਦ ਸਾਡੇ ਸਾਹਿਬਜ਼ਾਦੇ ਨੂੰ 2 ਰਿਸ਼ਤੇ ਹੋ ਗਏ। ਸੰਗਤ ਇਉਂ ਵਿਚਾਰਾਂ ਕਰਦੀ ਹੈ। ਸਤਿਗੁਰ ਕੇ ਘਰ ਕਮੀ ਨਾ ਕੋਈ। ਚੰਦੂ ਹੰਕਾਰ ਕਰਦਾ, ਪਰ ਉਹਨੂੰ ਕੀ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਕਿਤੇ ਕੋਈ ਕਮੀ ਹੈ? ਤਿਨਾਂ ਦੇ ਸਾਹਿਬਜ਼ਾਦੇ ਨੂੰ ਇੱਕ ਰਿਸ਼ਤੇ ਦੀ ਕੀ ਗੱਲ, ਅੱਜ 2 ਰਿਸ਼ਤੇ ਹੋ ਗਏ ਹਨ। ਕਹਿਆ ਚੰਦੂ ਤੇ ਧਨੀਸ ਹੋਈ। ਤੇ ਠੀਕ ਹੈ, ਚੰਦੂ ਮਾਇਆ ਵਾਲਾ ਹੋਵੇਗਾ, ਪਰ ਚੰਦੂ ਦੀ ਮਾਇਆ ਦੇ ਨਾਲ ਸਾਨੂੰ ਕੀ ਫਰਕ ਪੈਂਦਾ ਹੈ? ਲੈਨੋ ਦੇਨ ਹਜ਼ਾਰਨ ਕੇਰਾ। ਹਜ਼ਾਰਾਂ ਦਾ ਲੈਣ ਦੇਣ ਜਿਹੜਾ ਵੈ ਵੀ ਮਹਾਰਾਜ ਸਿੱਖ ਸੰਗਤ ਕਹਿੰਦੀ ਹੈ ਵੀ ਚੰਦੂ ਕੋਲ ਧਨ ਹੋਵੇਗਾ ਵੱਡਾ ਚੰਦੂ ਆਪਦੇ ਘਰੇ, ਪਰ ਸਿੱਖ ਸਾਡੇ ਜਿਹੜੇ ਸਾਰੇ ਹੈ, ਅਸੀਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਤੋਂ ਸਾਨੂੰ ਬੜਾ ਮਾਇਆ ਚੰਗੀ ਹੈ। ਹਜ਼ਾਰਾਂ ਲੱਖਾਂ ਦੀ ਮਾਇਆ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਰੋਜ਼ ਟੇਕ ਦਈਏ। ਅਸੀਂ ਆਪਦੇ ਪਾਤਸ਼ਾਹ ਤੋਂ ਸਦਕੇ ਬਲਿਹਾਰਨੇ ਜਾਈਏ। ਚੰਦੂ ਤੇਰੀ ਮਾਇਆ ਤੈਨੂੰ ਮੁਬਾਰਕ,
ਸੱਚੇ ਪਾਤਸ਼ਾਹ ਮਹਾਰਾਜ ਤੋਂ ਅਸੀਂ ਤਾਂ ਜਾਨ ਵਾਰ ਦਈਏ ਆਪਦੀ। ਸੰਗਤਾਂ ਕਹਿੰਦੀਆਂ ਇਸ ਘਰ ਵਿੱਚ ਮਾਇਆ ਦੀ ਕੀ ਕਮੀ ਹੈ। ਸਭ ਤੇ ਸਤਿਗੁਰ ਸਦਨ ਉਚੇਰਾ। ਸਾਡੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਤਸ਼ਾਹ ਦਾ ਘਰ ਤਾਂ ਸਾਰੇ ਸੰਸਾਰ ਦੇ ਰਾਜਿਆਂ ਮਹਾਰਾਜਿਆਂ ਤੋਂ ਉੱਚਾ ਹੈ, ਵੱਡਾ ਹੈ। ਜੇਕਰ ਤਿਸ ਕੇ ਹੋਵਤ ਨਾਤਾ। ਤੇ ਜੇ ਕਿਤੇ ਚੰਦੂ ਦੇ ਨਾਲ ਸੰਗਤਾਂ ਕਹਿੰਦੀਆਂ ਆਪਸ 'ਚ ਗੱਲਾਂ ਕਰਦੇ ਸਿੱਖ ਬੈਠੇ ਵੀ ਜੇ ਕਿਤੇ ਚੰਦੂ ਦਾ ਰਿਸ਼ਤਾ ਮਹਾਰਾਜ ਲੈ ਲੈਂਦੇ, ਚੰਦੂ ਦੇ ਘਰ ਨਾਲ ਸੰਬੰਧ ਜੇ ਬਣ ਵੀ ਜਾਂਦਾ ਤਾਂ ਕਬਹੂ ਉਠਤ ਮਹਤ ਉਤਪਾਤਾ। ਤੇ ਇਹ ਜ਼ਰੂਰ ਕੋਈ ਨਾ ਕੋਈ ਸਮੇਂ ਨਾ ਝਗੜਾ ਬੜਾ ਵੱਡਾ ਪੈਣਾ ਹੀ ਪੈਣਾ ਸੀ। ਜੇ ਚੰਦੂ ਦਾ ਰਿਸ਼ਤਾ ਮਹਾਰਾਜ ਲੈ ਵੀ ਲੈਂਦੇ ਨਾ, ਇੱਕ ਦਿਨ ਸਮਾਂ ਜ਼ਰੂਰ ਆਉਣਾ ਸੀ ਜਿੱਦਣ ਬੜਾ ਝਗੜਾ ਬਣ ਜਾਣਾ ਸੀ। ਸਾਹੋ ਦੀਵਾਨੀ ਤੇ ਅਹੰਕਾਰਾ। ਝਗੜਾ ਇਸ ਲਈ ਬਣ ਜਾਣਾ ਸੀ ਵੀ ਚੰਦੂ ਜਿਹੜਾ ਹੈ ਨਾ, ਉਹ ਹੁਣ ਜਿਹੜਾ ਬਾਦਸ਼ਾਹ ਜਹਾਂਗੀਰ ਹੈ ਉਹਦਾ ਦੀਵਾਨ ਹੈ, ਵਜ਼ੀਰ ਹੈ, ਵੱਡਾ ਲੋਕ ਹੈ ਤੇ ਬੜਾ ਹੰਕਾਰੀ ਹੈ, ਅਹੁਦੇ ਦਾ ਬੜਾ ਮਾਣ ਕਰਦਾ ਹੈ। ਬੋਲੇ ਤੇ ਕਬ ਪਰਤ ਬਿਗਾਰਾ। ਤੇ ਉਹ ਜੇ ਰਿਸ਼ਤਾ ਮਹਾਰਾਜ ਲੈ ਲੈਂਦੇ ਤੇ ਉਹਨੇ ਇੱਥੇ ਆ ਕੇ ਵੀ ਆਪਦੀ ਫੂਫਾਂ ਵਿਖਾਉਣੀ ਸੀ ਵੀ ਮੈਂ ਬੜਾ ਵੱਡਾ ਮੰਤਰੀ ਹਾਂ ਇੱਥੋਂ ਦਾ, ਇਹਦੇ ਘਰ ਦਾ, ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਹਾਂ, ਮੈਂ ਅਮੀਰ ਹਾਂ, ਦੀਵਾਨ ਹਾਂ, ਮੇਰੀ ਚੱਲਦੀ ਹੈ। ਜਿਹੜੀ ਇਹਦੀ ਉੱਥੇ ਚੱਲਦੀ ਸੀ ਦਿੱਲੀ ਦਰਬਾਰ ਵਿੱਚ, ਇਹਨੇ ਆ ਕੇ ਇੱਥੇ ਸਿੱਖਾਂ ਤੇ ਵੀ ਚਲਾਉਣੀ ਸੀ, ਗੁਰੂ ਘਰ ਵਿੱਚ ਵੀ ਦਖਲ ਦੇਣਾ ਸੀ ਤੇ ਇੱਕ ਨਾ ਇੱਕ ਦਿਨ ਸਿੱਖਾਂ ਨਾਲ ਦਾ ਝਗੜਾ ਜ਼ਰੂਰ ਪੈ ਜਾਣਾ ਸੀ ਗੁਰੂ ਘਰ ਨਾਲ। ਚੰਗਾ ਹੋਇਆ ਮਹਾਰਾਜ ਨੇ ਰਿਸ਼ਤਾ ਨਹੀਂ ਲਿਆ ਹੈ। ਸਹ ਨ ਗੁਰੂ ਬਾਕ ਅਹੰਕਾਰੀ। ਕਿਉਂਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬੇਪਰਵਾਹ ਹਨ, ਹੰਕਾਰੀਆਂ ਦਾ ਬਚਨ ਨਹੀਂ ਸਹਿੰਦੇ ਹਨ। ਚੰਦੂ ਹਿਰਦੇ ਅਸ਼ਰਦਾ ਧਾਰੀ। ਤੇ ਚੰਦੂ ਮੂਰਖ ਸੀ, ਇਹਨੇ ਝਗੜਾ ਕਰਨੋਂ ਜਾਂ ਆਪਦੇ ਹੰਕਾਰ 'ਚ ਬੋਲ ਨਹੀਂ ਕਰਨੋਂ ਹਟਣਾ ਸੀ ਵੀ ਮੈਂ ਵੱਡਾ, ਮੈਂ ਬੜਾ ਵੱਡਾ ਜਿਹੜਾ ਵਜ਼ੀਰ ਅਮੀਰ ਹਾਂ ਰਾਜੇ ਦੇ ਘਰ ਦਾ। ਤੇ ਇਸ ਕਰਕੇ ਝਗੜਾ ਜ਼ਰੂਰ ਬਹਿਣਾ ਸੀ ਇੱਕ ਨਾ ਇੱਕ ਦਿਨ। ਚੰਦੂ ਦੇ ਮਨ ਵਿੱਚ ਕਿਉਂ ਸ਼ਰਧਾ ਤਾਂ ਹੈ ਨਹੀਂ। ਜਾਂ ਤੇ ਭਲੋ ਭਇਓ ਬਖਿਆਤਾ। ਸਿੱਖ ਕਹਿੰਦੇ ਚਲੋ ਵਧੀਆ ਹੋਇਆ, ਵੈਸੇ ਜੇ ਵੇਖੀਏ ਤਾਂ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਹੋਇਆ ਇੱਥੇ। ਲਿਓ ਨਾ ਤਿਸ ਤਨੁਜਾ ਕੋ ਨਾਤਾ। ਮਹਾਰਾਜ ਨੇ ਚੰਗਾ ਕੀਤਾ ਹੈ, ਚੰਦੂ ਹੰਕਾਰੀ ਦੀ ਧੀ ਦਾ ਰਿਸ਼ਤਾ ਨਹੀਂ ਪ੍ਰਵਾਨ ਕੀਤਾ। ਤਤ ਛਿਨ ਜੁਗ ਨਾਤੇ ਹੋਏ ਤੇ ਗਏ। ਫਿਰ ਹਰਗੋਬਿੰਦ ਸਾਹਿਬ ਮਹਾਰਾਜ ਬੜੀ ਦਇਆ ਵਰਤਾਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਪਾਤਸ਼ਾਹ ਸਾਹਿਬਜ਼ਾਦੇ ਨੂੰ ਦੋ ਰਿਸ਼ਤੇ ਇੱਕੋ ਵਾਰੀ ਹੋ ਗਏ ਹਨ। ਕਹਿ ਪਰਸਪਰ ਹਰਕਤ ਭਏ। ਤੇ ਇਸ ਤਰ੍ਹਾਂ ਕਹਿ ਕਹਿ ਕੇ ਸਿੱਖ ਸੰਗਤਾਂ ਮਾਈਆਂ ਸਾਰੇ ਖੁਸ਼ੀ ਮਨਾਉਂਦੇ ਹਨ। ਜਨ ਗਨ ਰਨਕ ਸੁਰਤ ਲਿਓ। ਜਨ ਗਨ ਰੰਕਨ ਸੁਰ ਧਰ ਲਿਓ। ਕਵੀ ਜੀ ਕਹਿੰਦੇ ਇਸ ਤਰ੍ਹਾਂ ਵੀ ਜਿਵੇਂ ਨਾ ਕਿਸੇ ਨੇ ਗਰੀਬਾਂ ਤੋਂ ਸੁਰ ਧਰ, ਕਹੀਏ ਜਿਹੜਾ ਕਲਪਤਰ ਬ੍ਰਿਛ ਹੈ ਨਾ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਸਵਰਗ ਦਾ ਮੰਨਿਆ ਹੋਇਆ, ਜਿਵੇਂ ਕਿਸੇ ਨੇ ਗਰੀਬਾਂ ਦੇ ਵਿਹੜੇ ਚੋਂ ਜਾਂ ਗਰੀਬਾਂ ਲੋਕਾਂ ਤੋਂ ਜਿਹੜਾ ਕਲਪਤਰ ਬ੍ਰਿਛ ਪੱਟ ਲਿਆ ਹੋਵੇ, ਖੋਹ ਲਿਆ ਹੋਵੇ। ਛੀਨ ਸਬਨ ਤੇ ਪੁੰਨ ਤਿਨ ਦਿਓ। ਤੇ ਫਿਰ ਕਿਸੇ ਨੇ ਖੋਹ ਕੇ ਫਿਰ ਗਰੀਬਾਂ ਨੂੰ ਦੇ ਦਿੱਤਾ ਹੋਵੇ। ਭਾਵ ਵੀ ਹਰਗੋਬਿੰਦ ਸਾਹਿਬ ਕਲਪਤਰ ਰੁੱਖ ਵਰਗੇ ਆ, ਸਿੱਖਾਂ ਦੀਆਂ ਸ਼ਰਧਾ ਇੱਛਾ ਪੂਰੀਆਂ ਕਰਨ ਵਾਲੇ। ਤੇ ਜੇ ਚੰਦੂ ਦੀ ਧੀ ਨਾਲ ਰਿਸ਼ਤਾ ਹੋ ਜਾਂਦਾ ਤੇ ਚੰਦੂ ਨੇ ਆਪਦਾ ਹੱਕ ਜਿਹਾ ਜਤਾਉਣਾ ਸੀ ਨਾ ਵੀ ਇਹ ਗੁਰੂ ਮੇਰਾ ਆ, ਕਿਉਂਕਿ ਨਹੀਂ ਹਟਦੇ ਹੁੰਦੇ ਵੱਡੇ, ਇਹਨਾਂ ਆਖਣਾ ਵੀ ਸਾਡਾ ਹੀ ਆ ਗੁਰੂ ਕੱਲਿਆਂ ਦਾ, ਗੁਰੂ ਹਰਗੋਬਿੰਦ ਸਾਹਿਬ। ਤੇ ਸਿੱਖ ਵਿਚਾਰਿਆਂ ਤੋਂ ਖੋਹ ਲੈਣਾ ਸੀ ਹਰਗੋਬਿੰਦ ਸਾਹਿਬ ਨੂੰ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਦਾ ਰਿਸ਼ਤੇ ਦਾ ਜਵਾਬ ਦੇ ਕੇ ਤੇ ਫਿਰ ਮੁੜ ਕੇ ਗਰੀਬ ਸਿੱਖਾਂ ਨੂੰ ਹਰਗੋਬਿੰਦ ਸਾਹਿਬ ਦੇ ਦਿੱਤੇ ਹੈ। ਜਿਵੇਂ ਬੜੇ ਗਰੀਬਾਂ ਨੂੰ ਕਲਪਤਰ ਰੁੱਖ ਮਿਲ ਗਿਆ ਵਾਪਸ। ਕੋਈ ਕੀਧੋ ਆਨੰਦ ਕੀ ਬਾਰੀ। ਇਉਂ ਮਾਨੋ ਵੀ ਜਿਵੇਂ ਆਨੰਦ ਦੀ ਕਿਸੇ ਨੇ ਖੇਤੀ ਬਗੀਚੀ ਬੀਜੀ ਹੋਵੇ। ਸੂਕਤ ਹੁਤੀ ਸੀਚ ਬਰਬਾਰੀ। ਤੇ ਉਹ ਖੇਤੀ ਪਾਣੀ ਤੋਂ ਸੁੱਕਦੀ ਹੋਵੇ ਤੇ ਬੜਾ ਸੁੰਦਰ ਖੁੱਲਾ ਪਾਣੀ ਕਿਸੇ ਨੇ ਪਾ ਦਿੱਤਾ ਹੋਵੇ। ਵੀ ਸਿੱਖਾਂ ਨੂੰ ਤਾਂ ਇੱਕ ਵਾਰੀ ਬੜਾ ਤੌਖਲ ਲੱਗ ਗਿਆ ਵੀ ਅੱਜ ਕੀ ਬਣੇਗਾ, ਰਿਸ਼ਤੇ ਤੋਂ ਜਵਾਬ ਹੋ ਗਿਆ, ਦੋ ਰਿਸ਼ਤੇ ਹੋ ਗਏ ਹੈ, ਸਾਨੂੰ ਮਹਾਰਾਜ ਨੇ ਦੁੱਗਣੀ ਖੁਸ਼ੀ ਬਖਸ਼ ਦਿੱਤੀ ਹੈ। ਇਸ ਪ੍ਰਕਾਰ ਮੰਗਲ ਪੁਨ ਹੋਇਓ। ਉਹ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਇਹ ਰਿਸ਼ਤੇ ਹੋ ਗਏ ਦੋ ਹਰਗੋਬਿੰਦ ਸਾਹਿਬ ਜੀ ਦੀਆਂ ਕੁੜਮਾਈਆਂ, ਤਾਂ ਉਸ ਤੋਂ ਬਾਅਦ ਬੜਾ ਸੰਗਤਾਂ ਵਿੱਚ ਖੁਸ਼ੀਆਂ ਮੰਗਲ ਆਨੰਦ ਹੋ ਰਹੇ ਹੈ। ਸਕਲ ਸਮਾਜ ਆਨੰਦ ਕਰ ਜੋਇਓ। ਜਿਹੜਾ ਉਹ ਹੈ ਸੀ ਨਾ, ਜਿੰਨਾ ਵੀ ਸਮਾਜ ਜਾਂ ਸੰਗਤ ਸੀ, ਉਹਨਾਂ ਮਹਾਰਾਜ ਦਾ ਟਿੱਕਾ ਲੱਗਦਾ ਬੜੇ ਆਨੰਦ ਨਾਲ ਵੇਖਿਆ ਹੈ, ਖੁਸ਼ੀਆਂ ਕੀਤੀਆਂ ਹਨ। ਹਰਕਤ ਚਿੱਤ ਗਾਵਤ ਪਿਕ ਬੈਨੀ। ਉਹ ਜਿਹੜੀਆਂ ਇਸਤਰੀਆਂ ਮਾਈਆਂ
ਉਹ ਸੱਚੇ ਪਾਤਸ਼ਾਹ ਜੀ ਦੀ ਸੋਭਾ ਦੇ ਬੋਲ ਗਾਉਂਦੀਆਂ ਹਨ। ਉਮੰਗ ਉਮੰਗ ਕਰ ਪੰਚਕ ਨੈਣੀ, ਪੰਕਜ ਨੈਣੀ ਤੋਂ ਉਛਲ ਉਛਲ ਕੇ ਉਤਸ਼ਾਹ ਪ੍ਰੇਮ ਦੇ ਨਾਲ ਸੁੰਦਰ ਨੇਤਰਾਂ ਵਾਲੇ। ਨੌਬਤ ਬਾਜਤ ਸਹਤ ਨਫੀਰਨ, ਤੇ ਜਦੋਂ ਮਹਾਰਾਜ ਦੇ ਰਿਸ਼ਤੇ ਹੋ ਗਏ, ਉਹ ਨਗਾਰੇ ਜਿਹੜੇ ਰੁਕੇ ਹੋਏ ਸੀ ਫੇਰ ਵੱਜਣੇ ਸ਼ੁਰੂ ਹੋ ਗਏ ਆ, ਨਫੀਰੀਆਂ ਗੂੰਜਦੀਆਂ ਹਨ। ਬੋਲਤ ਭਾਟ ਸੋ ਜਸ ਫਿਰ ਤੀਰਨ, ਵਿਸਤੀਰਨ ਫਿਰ ਭਾਟ ਕੀਰਤੀ ਗਾਉਂਦੇ ਆ। ਕਬਿੱਤ ਸਵਈਏ ਹਰਗੋਬਿੰਦ ਸਾਹਿਬ ਦੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਸੋਭਾ ਦੇ ਸਵਈਏ ਕਬਿੱਤ ਗਵਈਏ ਗਾਉਣ ਲੱਗ ਪਏ ਹਨ, ਭਾਟ ਕੀਰਤੀ ਕਰਦੇ ਆ। ਤੰਬੂਰਾ ਮਿਰਦੰਗ ਬਜਾਵਤ, ਕੋਈ ਆ ਮ੍ਰਿਦੰਗ ਸਾਜ ਤੰਬੂਰਾ ਸਾਜ ਵੱਜਦਾ ਹੈ। ਗੀਤ ਕਲਾਵਤ ਗਾਵਤ ਭਾਵਤ, ਤੇ ਜਿਹੜੇ ਬਾਹਰ ਮੰਗਣ ਵਾਲੇ ਆ, ਕੋਈ ਉਹ ਵਧਾਈ ਲੈਣ ਵਾਲੇ, ਉਹ ਦਰਵਾਜ਼ੇ ਤੇ ਖੜ ਖੜ ਕੇ ਉੱਚੀ ਉੱਚੀ ਖੁਸ਼ੀ ਦੇ ਜਾਂ ਮਹਾਰਾਜ ਦੀ ਸੋਭਾ ਦੇ ਗੀਤ ਗਾਉਂਦੇ ਆ। ਡੋਮ ਆਦ ਮੰਗਦ ਜਨ ਸਾਰੇ, ਇਹ ਮਰਦਾਨੇ ਕੇ ਆ ਜਿਹੜੇ, ਇਹ ਵੀ ਮਹਾਰਾਜ ਦੇ ਦਰ ਤੇ ਖੜ ਕੇ ਸਾਰੇ ਮੰਗਣ ਵਾਸਤੇ ਦਾਨ ਦਕਸ਼ਨਾ ਭੇਟਾ ਲੈਣ ਲਈ ਆਏ ਆ। ਸਤਿਗੁਰ ਕੋ ਜੈਕਾਰ ਉਚਾਰੇ, ਤੇ ਪਾਤਸ਼ਾਹ ਦੇ ਘਰ ਦਾ ਜੈ ਜੈਕਾਰਾ ਉਚਾਰਿਆ ਜਾ ਰਹੇ ਆ। ਲੈ ਆਇਸ ਤਬ ਉੱਠੇ ਮਸੰਦ, ਜਿਹੜੇ ਮਸੰਦ ਸੀ ਨਾ ਪਾਤਸ਼ਾਹ ਤੋਂ, ਜਿਹੜੇ ਸਾਰੇ ਗੁਰੂ ਘਰ ਦਾ ਪ੍ਰਬੰਧ ਵੇਂਦੇ ਸੀ, ਉਹ ਪਾਤਸ਼ਾਹ ਤੋਂ ਆਗਿਆ ਲੈ ਕੇ ਸਭਾ ਚੋਂ ਉੱਠ ਖੜੇ ਹਨ। ਮੋਦਕ ਧਰੇ ਪਤਾਸੇ ਬਰਿੰਦ, ਤੇ ਬੜੇ ਵੱਡੇ ਪਰਾਤੇ ਭਰੇ ਹੋਏ ਸਾਧ ਸੰਗਤ ਜੀ, ਪਰਾਤੇ ਪਤਾਸਿਆਂ ਦੇ ਤੇ ਲੱਡੂਆਂ ਦੇ ਲਿਆ ਰੱਖ ਦਿੱਤੇ ਆ। ਮਿਸਰੀ ਕੇ ਬਹੁਥਾਰ ਸੁਧਾਰੇ, ਵੱਡੇ ਥਾਲ ਮਿਸ਼ਰੀ ਦੇ ਭਰੇ ਹੋਏ ਸੁਧਾਰ ਕੇ ਇਕੱਠੇ ਕਰਕੇ ਰੱਖ ਦਿੱਤੇ ਹਨ। ਮੇਵਾ ਗਰੀ ਬਦਾਮ ਸੁਹਾਰੇ, ਕੀ ਮੇਵੇ ਗਿਰੀਆਂ ਬਦਾਮ ਛੁਹਾਰੇ, ਇਸ ਤਰ੍ਹਾਂ ਦੇ ਕਾਜੂ ਆਦਿਕ ਬਹੁਤ ਤਰ੍ਹਾਂ ਦੀ ਜਿਹੜੇ ਸੁੱਕੇ ਫਲ ਵੀ ਲਿਆ ਕੇ ਰੱਖ ਦਿੱਤੇ ਐ। ਸਭ ਵਰਤਾਏ ਸਭਾ ਮਝਾਰੇ, ਮਹਾਰਾਜ ਦੀ ਆਗਿਆ ਲੈ ਕੇ ਫਿਰ ਸਾਰੀ ਸਭਾ ਵਿੱਚ ਗਿਰੀਆਂ ਬਦਾਮ ਕਾਜੂ ਲੱਡੂ ਮਿਸ਼ਰੀ ਪਤਾਸੇ ਗੁੜ ਆਦਿਕ ਵਰਤਾਉਣ ਲੱਗ ਪਏ ਹਨ। ਪਰ ਅੰਜਲ ਦੇ ਜਨ ਸਾਰੇ, ਤੇ ਸਾਰਿਆਂ ਸਿੱਖਾਂ ਨੂੰ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਗਨ ਦੀ ਖੁਸ਼ੀ ਵਿੱਚ ਬੁੱਕਾਂ ਭਰ ਕੇ ਸਾਧ ਸੰਗਤ ਜੀ ਜਿਹੜਾ ਹੈ ਨਾ, ਮਠਿਆਈਆਂ ਝੋਲੀਆਂ ਭਰ ਕੇ ਸੰਗਤਾਂ ਨੂੰ ਦਿੱਤੀ ਜਾ ਰਹੀ ਹੈ। ਅਧਿਕ ਭੀੜ ਹੇਰੀ ਗੁਰ ਜਬੈ, ਜਦੋਂ ਪਾਤਸ਼ਾਹ ਨੇ ਵੇਖਿਆ ਵੀ ਵਰਤਾਵੇ ਥੋੜੇ ਐ ਤੇ ਭੀੜ ਬਹੁਤ ਜ਼ਿਆਦਾ ਹੋ ਗਈ ਹੈ, ਗਨ ਵਰਤਾਵੇ ਲਾਇਸ ਤਬੈ, ਤੇ ਮਹਾਰਾਜ ਨੇ ਹੋਰ ਸਿੱਖਾਂ ਨੂੰ ਹੁਕਮ ਦਿੱਤਾ, ਚਲੋ ਭਾਈ ਲੱਗ ਕੇ ਹੱਲੇ ਨਾਲ ਸਾਰੇ ਹੀ ਵਰਤਾਓ। ਤੇ ਬਹੁਤ ਵਰਤਾਵੇ ਜਿਹੜੇ ਆ ਉੱਠ ਕੇ ਇਹ ਸਾਰਾ ਸਾਜੋ ਸਮਾਨ ਵਰਤਾਉਣ ਲੱਗ ਪਏ ਆ। ਸਭ ਕੋ ਪਹੁੰਚਾ ਕਹਿਓ ਸੁਨਾਈ, ਮਹਾਰਾਜ ਕਹਿੰਦੇ ਆ ਸਿੱਖਾਂ ਨੂੰ, ਭਾਈ ਕੋਈ ਸਿੱਖ ਮੇਰਾ ਖਾਲੀ ਨਾ ਅੱਜ ਘਰ ਨੂੰ ਮੁੜੇ, ਸਾਰਿਆਂ ਦੀਆਂ ਝੋਲੀਆਂ ਭਰੀਆਂ ਹੋਣ, ਸਾਰੇ ਸਿੱਖਾਂ ਨੂੰ ਭਾਈ ਸਾਰੀ ਸਮੱਗਰੀ ਮਿਲਣੀ ਚਾਹੀਦੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਕੋਈ ਸਿੱਖ ਖਾਲੀ ਨਹੀਂ ਮੁੜਨਾ ਚਾਹੀਦਾ, ਝੋਲੀਆਂ ਭਰ ਕੇ ਤੋਰੋ ਸਿੱਖਾਂ ਨੂੰ। ਵਰਤੀ ਤੁਰਤ ਸਮੂਹ ਮਿਠਾਈ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸਾਧ ਸੰਗਤ ਜੀ ਕੀ ਲੁਕੋਇਆ ਸਿੱਖਾਂ ਤੋਂ ਸਾਰੀ ਮਠਿਆਈ ਵਰਤਾਈ। ਇੱਥੇ ਪ੍ਰਸੰਗ ਯਾਦ ਆਇਆ, ਸਾਧ ਸੰਗਤ ਜੀ ਗੁਰੂ ਕਿਆ ਨੇ ਅੱਜ ਤੱਕ ਸਿੱਖਾਂ ਤੋਂ ਕੁਝ ਨਹੀਂ ਲੁਕਾਇਆ। ਸਾਡੇ ਮਨ ਵਿੱਚ ਅਸੀਂ ਕਈ ਵਾਰੀ ਹੱਥ ਘੁੱਟ ਲੈਨੇ ਪਾਤਸ਼ਾਹ ਵਾਰੀ, ਪਰ ਮਹਾਰਾਜ ਨੇ ਕਦੇ ਸਾਥੋਂ ਕੁਝ ਨਹੀਂ ਲੁਕਾਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਵਾਰੀ ਸਿੱਖਾਂ ਨਾਲ ਸ਼ਿਕਾਰ ਖੇਡਣ ਗਏ, ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ ਸੀ ਇੱਥੇ ਅੰਮ੍ਰਿਤਸਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੁੱਤਰੀ ਦਾ। ਮਹਾਰਾਜ ਨਾਲ ਬੜੇ ਜਰਵਾਣੇ ਸਿੱਖ ਰਹਿਣ, ਆ ਕੇ ਕਹਿੰਦੇ ਪਾਤਸ਼ਾਹ ਭੁੱਖ ਬਹੁਤ ਲੱਗੀ ਹੈ। ਤਾਂ ਮਹਾਰਾਜ ਕਹਿੰਦੇ ਵੀ ਜਾਓ, ਇੱਥੇ ਇੱਕ ਸਿੱਖ 2-4 ਸਿੱਖਾਂ ਨੂੰ ਭੇਜਿਆ ਵੀ ਘਰੇ ਹਲਵਾਈ ਬੈਠਾ ਹੈ ਤੇ ਬੜੀ ਮਠਿਆਈ ਪੱਕੀ ਹੋਣੀ ਹੈ, ਤੇ ਆਪਦੇ ਮਾਤਾ ਨਾਨਕੀ ਨੂੰ ਕਹੋ ਵੀ ਦਿਓ। ਮਹਾਰਾਜ ਨੇ ਮੰਗਾਈ ਸਿੱਖਾਂ ਵਾਸਤੇ। ਜਦੋਂ ਸਾਧ ਸੰਗਤ ਸਿੱਖ ਗਏ, ਉਹ ਮਾਈਆਂ ਦਾ ਸੁਭਾਅ ਹੁੰਦਾ, ਮਾਤਾ ਨਾਨਕੀ ਜੀਆਂ ਕਹਿ ਦਿੱਤਾ ਵੀ ਆਖੇ ਨਹੀਂ ਇਹ ਤਾਂ ਬਰਾਤ ਵਾਸਤੇ ਆ, ਕਿ ਕੱਲ ਨੂੰ ਸਾਡੀ ਧੀ ਦੀ ਬਰਾਤ ਆਉਣੀ ਆ, ਵੀ ਐ ਸੁਭਾਅ ਹੁੰਦਾ ਦੜ ਜੀ ਵੱਟ ਲਈ। ਤੇ ਜਦੋਂ ਸਿੱਖ ਨੇ ਜਾ ਕੇ ਆਖਿਆ ਨਾ ਮਹਾਰਾਜ ਵੀ ਮਾਤਾ ਤਾਂ ਕਹਿੰਦੇ ਆ ਵੀ ਬਰਾਤ ਆਉਣੀ ਆ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖਾਲਸਾ ਜੀ ਬਹੁਤ ਗੁੱਸਾ ਕੀਤਾ। ਤੇ ਮਹਾਰਾਜ ਕਹਿੰਦੇ ਕਹੋ ਮਾਤਾ ਨੂੰ ਜਾ ਕੇ ਆਪਦੇ ਨੂੰ ਵੀ ਜੇ ਇਹ ਮਠਿਆਈ ਤੁੱਛ ਮਠਿਆਈ ਮੇਰੇ ਸਿੱਖਾਂ ਦੇ ਮੂੰਹ 'ਚ ਨਹੀਂ ਪਈ ਤੇ ਪੈਂਦੀ ਬਰਾਤ ਦੇ ਨਹੀਂ ਮਲੇਸ਼ ਹੀ ਖਾਣਗੇ। ਅਗਲੇ ਦਿਨ ਸਾਧ ਸੰਗਤ ਜੀ ਤੁਰਕਾਂ ਹਮਲਾ ਕਰ ਦਿੱਤਾ ਤੇ ਬੀਬੀ ਵੀਰੋ ਦਾ ਵਿਆਹ ਇਹਨਾਂ ਭਾਈ ਲੰਗਾ ਜੀ ਦੇ ਘਰੇ ਕੀਤਾ, ਤੇ ਸਾਰੀ ਮਠਿਆਈ ਤੁਰਕਾਂ ਖਾਧੀ। ਫਿਰ ਮਹਾਰਾਜ ਨੇ ਆਖਿਆ ਵੀ ਜੇ ਸਾਡੇ ਸਿੱਖਾਂ ਦੇ ਮੂੰਹ 'ਚ ਨਹੀਂ ਪੈਂਦੀ ਤੇ ਆਖੋ ਮਾਤਾ ਆਪਦੀ ਨੂੰ ਵੀ ਪੈਂਦੀ, ਉਹ ਬਰਾਤੀਆਂ ਦੇ ਮੂੰਹ ਵਿੱਚ ਵੀ ਨਹੀਂ। ਤੋ ਪਾਤਸ਼ਾਹ ਮਹਾਰਾਜ ਨੇ ਖਾਲਸਾ ਜੀ ਸਿੱਖਾਂ ਤੋਂ ਕਦੇ ਕੁਝ ਨਹੀਂ ਲੁਕੋਇਆ, ਜੋ ਆਉਂਦਾ ਮਹਾਰਾਜ ਜੀ ਐਂ ਵੰਡ ਦਿੰਦੇ ਆ ਵੀ ਸਾਰਾ ਕੁਝ ਤੁਹਾਡਾ।
ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੇ ਵੰਡੀ ਅਚਰਜ ਚੀਜ਼, ਮਹਾਰਾਜ ਨੇ ਪੁੱਤਰ ਹੀ ਸਾਧ ਸੰਗਤ ਜੀ ਸਾਡੇ ਸੀਸ ਤੋਂ ਵਾਰ ਦਿੱਤੇ। ਤੋ ਇਹ ਗੁਰੂ ਕਿਆਂ ਦਾ ਘਰ ਹੈ, ਇਹਨਾਂ ਸਾਧ ਸੰਗਤ ਜੀ ਸਾਥੋਂ ਕਦੇ ਕੁਝ ਨਹੀਂ ਲੁਕੋਇਆ। ਪਰ ਸਾਡਾ ਸੁਭਾਅ ਜ਼ਰੂਰ ਹੈ ਵੀ ਅਸੀਂ ਗੁਰੂ ਕਿਆਂ ਤੋਂ ਜ਼ਰੂਰ ਓਹਲਾ ਰੱਖਦੇ ਹਾਂ ਵੀ ਖਰੇ ਵੀ ਇੱਥੋਂ ਵੀ ਆ ਨਾਂ ਦਿੱਤਾ ਜਾਵੇ। ਚਲੋ ਇੱਥੋਂ ਵੀ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਵੇਖੀਦਾ ਨਾ, ਵਿਆਹਾਂ ਤੇ ਵੇਖੀਦਾ ਵੀ ਕੀ ਕੁਝ ਕਰਦੇ ਹਾਂ ਅਸੀਂ। ਪਰ ਜਦੋਂ ਸਾਧ ਸੰਗਤ ਜੀ ਗੁਰੂ ਕਿਆਂ ਦੀ ਵਾਰੀ ਆਉਂਦੀ ਹੈ, ਉਦੋਂ ਇੱਥੋਂ ਵੀ ਚਾਰ ਮਾਰ ਲਈਏ, ਇੱਥੋਂ ਵੀ ਕਰ ਲਈਏ, ਆ ਵੀ ਨਾਂ ਲਿਆਉਣਾ ਪਵੇ, ਰਮਾਲਾ ਸਸਤਾ ਲੈ ਆਈਏ। ਚਲੋ ਇਹ ਕਿਹੜਾ ਕਿਸੇ ਨੇ ਆਖਣਾ ਸਾਨੂੰ 70-70 ਹਜ਼ਾਰ ਦੀ, 1.5-1.5 2-2 ਲੱਖ ਦੀ ਵਰੀ ਤੇ ਮਹਾਰਾਜ ਦਾ ਰਮਾਲਾ 250 ਦਾ। ਇਹ ਸਾਡੀ ਫਿਤਰਤ ਹੈ। ਪਰ ਪਾਤਸ਼ਾਹ ਮਹਾਰਾਜ ਜੀਆਂ ਦਾ ਸਾਥੋਂ ਲੁਕੋਇਆ ਹੀ ਕਦੇ ਕੱਖ ਨਹੀਂ। ਜੋ ਆਉਂਦਾ ਮਹਾਰਾਜ ਜੀ ਸਾਰਾ ਕੁਝ ਸਾਡੀ ਝੋਲੀ ਪਾਉਂਦੇ ਆ। ਤੋ ਗਰੀਬ ਨਵਾਜ ਇੱਥੇ ਵੇਖੋ, ਮਹਾਰਾਜ ਕਹਿੰਦੇ ਕੋਈ ਸਾਡਾ ਸਿੱਖ ਭਾਈ ਘਰੇ ਖਾਲੀ ਨਾ ਜਾਵੇ, ਸਾਰਿਆਂ ਨੂੰ ਖੁੱਲੀ ਮਠਿਆਈ ਵਰਤਾਓ। ਤੋ ਸਿੱਖਾਂ ਨੇ ਸਾਧ ਸੰਗਤ ਜੀ ਜੋ ਮਠਿਆਈ ਆਈ ਸਾਰਾ ਕੁਝ ਪਾਤਸ਼ਾਹ ਮਹਾਰਾਜ ਦੇ ਹੁਕਮ ਨਾਲ ਸਿੱਖਾਂ ਨੂੰ ਵਰਤਾਉਣਾ ਕੀਤਾ ਹੈ। ਸਭ ਹੀ ਧੰਨ ਧੰਨ ਗੁਰ ਕਹੈ। ਤੋ ਸਾਰੇ ਕਹਿੰਦੇ ਆ ਵੀ ਧੰਨ ਹੈ, ਇਹ ਦਰ ਧੰਨ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਧੰਨ ਹੋ, ਧੰਨ ਹੋ, ਧੰਨ ਹੋ। ਤੁਮਰੇ ਸਮ ਤੁਮ ਹੀ ਪ੍ਰਭ ਅਹ। ਪਾਤਸ਼ਾਹ ਤੁਹਾਡੇ ਵਰਗੇ ਤਾਂ ਤੁਸੀਂ ਜੇ, ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ। ਵੀ ਹੋਰ ਕੀ ਦਸੀਏ ਵੀ ਤੁਹਾਡੇ ਵਰਗਾ ਕੌਣ ਹੈ ਸੰਸਾਰ ਵਿੱਚ। ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡੇ ਵਰਗੇ ਇਕੱਲੇ ਤੁਸੀਂ ਹੋ, ਹੋਰ ਕੋਈ ਨਹੀਂ ਹੈ। ਸ੍ਰੀ ਅਰਜਨ ਸਭ ਲਾਗ ਦਿਵਾਏ। ਫਿਰ ਮਹਾਰਾਜ ਨੇ ਜਿਹੜੇ ਲਾਗੀ ਕੋਈ ਰੌਲਾ ਪਾਉਂਦੇ ਸੀ ਵੀ ਇੰਨੇ ਨਹੀਂ ਇੰਨੇ ਲੈਣੇ ਆ, ਪਾਤਸ਼ਾਹ ਮਹਾਰਾਜ ਜੀਆਂ ਕਹਿ ਕਵਾ ਕੇ ਮਸੰਦਾਂ ਤੋਂ ਜਿੰਨੇ ਕੋਈ ਮੰਗਦਾ ਸੀ ਸਾਰਿਆਂ ਨੂੰ ਲਾਗ ਦਵਾਇਆ ਹੈ। ਦਾਨ ਮਾਨ ਦੇਕਰ ਹਰ ਖਾਏ। ਤੇ ਸਾਰਾ ਦਾਨ ਮਾਣ ਕੀਤਾ ਇਹਨਾਂ ਦਾ, ਲੈ ਲੈ ਕੇ ਸਾਰੇ ਬੜਾ ਖੁਸ਼ ਹੋਏ ਹਨ। ਆਨੰਦ ਉਦਧ ਜਨ ਵਧਿਓ ਅਨੰਤ। ਮਾਨੋ ਵੀ ਆਨੰਦ ਦਾ ਸਮੁੰਦਰ ਸਿੱਖਾਂ ਦੇ ਵਿੱਚ ਬਹੁਤ ਉੱਚਾ ਵਧ ਰਿਹਾ ਹੈ। ਸਿੱਖ ਸੰਗਤ ਨਰ ਭੇ ਜਲ ਜੰਤ। ਤੇ ਸਾਰੀ ਸੰਗਤ ਜਿਵੇਂ ਸਮੁੰਦਰ ਵਿੱਚ ਜੀਵ ਖੁਸ਼ ਹੁੰਦੇ ਪਾਣੀ 'ਚ, ਮੱਛੀਆਂ ਆਦਿਕ, ਸਿੱਖ ਮਾਨੋ ਇਸ ਤਰ੍ਹਾਂ ਖੁਸ਼ੀ ਵਿੱਚ ਆਨੰਦ ਮਾਣ ਰਹੇ ਹੈ, ਆਨੰਦ ਵਿੱਚ ਖੁਸ਼ ਹੋ ਰਹੇ ਹਨ। ਉਦਿਓ ਆਨੰਦ ਚੰਦ ਕੈ ਅਬੈ। ਤੇ ਆਨੰਦ ਦੇ ਨਾਲ ਜਿਹੜਾ ਨਾ, ਜਾਂ ਆਨੰਦ ਰੂਪੀ ਚੰਦ ਮਾਨੋ ਜਿਹੜਾ ਚੜ ਆਇਆ ਹੋਵੇ, ਜਿਹੜਾ ਖੁਸ਼ੀ ਦੇ ਸਮੁੰਦਰ ਦੇ ਵਿੱਚੋਂ। ਕੁਮਦ ਚਕੋਰ ਭਏ ਨਰ ਸਬੈ। ਤੇ ਸਾਰੇ ਸਿੱਖ ਜਿਹੜੇ ਐ, ਸਿੱਖਣੀਆਂ ਸਿੱਖ ਸੇਵਕ, ਉਹ ਸਾਰੇ ਕਮੁਦਨੀਆਂ ਦੇ ਫੁੱਲ ਵਾਂਗੂ ਹੋ ਗਏ, ਚਕੋਰਾਂ ਵਾਂਗੂ ਹੋ ਗਏ। ਜਿਹੜਾ ਚੰਦਰਮਾ ਹੁੰਦਾ ਇਹਨੂੰ ਵੇਖ ਕੇ ਸਾਧ ਸੰਗਤ ਜੀ ਰਾਤ ਨੂੰ ਕੁਮੁਦਨੀ ਖਿੜ ਜਾਂਦੀ ਹੈ, ਤੇ ਚਕੋਰ ਵੀ ਚੰਦਰਮਾ ਚੜ੍ਹੇ ਦਾ ਬੜਾ ਚਾਅ ਮਨਾਉਂਦੀ ਹੈ। ਸਿੱਖ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਇਸ ਤਰ੍ਹਾਂ ਚਾਅ ਮਨਾਉਂਦੇ ਹੈ। ਸਿੱਖ ਚਕੋਰ ਬਣ ਗਏ ਹੈ, ਸਿੱਖਾਂ ਦੇ ਮਨ ਕੁਮੁਦਨੀ ਦਾ ਫੁੱਲ ਬਣ ਗਏ ਹੈ, ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਖੁਸ਼ ਹੁੰਦੇ ਆ। ਚੰਦੂ ਤੇ ਲਾਗੀ ਜੇ ਦੋਏ। ਹੁਣ ਜਿਹੜੇ ਸਾਰੇ ਸਿੱਖ ਖੁਸ਼ੀ ਮਨਾਉਂਦੇ ਆ, ਤੇ ਜਿਹੜੇ ਚੰਦੂ ਦੇ ਲਾਗੀ ਆਏ ਹੋਏ ਆ, ਇੱਕ ਬ੍ਰਾਹਮਣ ਤੇ ਨਾਲ ਜਿਹੜਾ ਨਾਈ ਆਇਆ ਹੋਇਆ ਹੈ। ਚਕਵਾ ਸਮ ਦੁਖ ਪ੍ਰਾਪਤ ਸੋਏ। ਚੰਦਰਮਾ ਜਿਹੜਾ ਸਾਧ ਸੰਗਤ ਜੀ ਚੜ ਜਾਵੇ ਨਾ, ਤੇ ਜਿਹੜਾ ਚਕੋਰ ਉਹ ਤਾਂ ਬੜੀ ਖੁਸ਼ੀ ਮਨਾਉਂਦੀ, ਤੇ ਜਿਹੜਾ ਚਕਵਾ ਹੁੰਦਾ ਉਹ ਚੰਦਰਮਾ ਵੱਲ ਪਿੱਠ ਕਰਕੇ ਬਹਿ ਜਾਂਦਾ। ਤੇ ਜਦੋਂ ਇਹ ਖੁਸ਼ੀਆਂ ਮਨਾਈਆਂ ਜਾਂਦੀਆਂ, ਕਹਿੰਦੇ ਖੁਸ਼ੀ ਚੰਦਰਮਾ ਵਰਗੀ ਆ, ਕਵੀ ਜੀ ਕਹਿੰਦੇ ਆ। ਤੇ ਜਿਹੜੇ ਵਿਚਾਰੇ ਦੋ, ਕਿਉਂਕਿ ਸਾਰੇ ਖੁਸ਼ੀ ਮਨਾਉਂਦੇ, ਇਕੱਲੇ ਹੀ ਦੋਵੇਂ ਸਿਰ ਸੁੱਟ ਕੇ ਬੈਠੇ ਆ। ਤੇ ਇਹ ਮਾਨੋ ਵੀ ਜਿਵੇਂ ਚੰਦਰਮਾ ਨੂੰ ਵੇਖ ਕੇ ਚਕਵੇ ਨੂੰ ਦੁੱਖ ਹੁੰਦਾ, ਇਹ ਵਿਚਾਰੇ ਦੋਵੇਂ ਬੜੇ ਦੁਖੀ ਹੋ ਰਹੇ, ਝੂਰਦੇ ਹਨ। ਲੱਖ ਅਨਚਿਤ ਗੁਰ ਹਿਰਦੇ ਵਿਚਾਰਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਹੈ। ਗਰੀਬ ਨਵਾਜ ਨੇ ਇਹਨਾਂ ਦੋਹਾਂ ਨੂੰ ਐਂ ਬੈਠਿਆਂ ਹੋਇਆਂ ਵੀ ਚੰਗਾ ਜਿਹਾ ਨਹੀਂ ਸਮਝਿਆ, ਅਯੋਗ ਜਿਹਾ ਸਮਝ ਕੇ ਵਿਚਾਰ ਕੀਤੀ ਹੈ। ਤਿਨ ਦੋਇਨ ਕੋ ਨਿਕਟ ਹਕਾਰਾ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੋਹਾਂ ਨੂੰ ਸਾਡੇ ਪਾਸ ਬੁਲਾ ਕੇ ਲਿਆਓ। ਸਮੈ ਹਰਖ ਕੋ ਸਭ ਹਰ ਖਾਏ। ਜਦੋਂ ਆਏ ਆ ਤੇ ਮਹਾਰਾਜ ਕਹਿੰਦੇ ਭਾਈ ਖੁਸ਼ੀ ਦਾ ਸਮਾਂ ਹੈ, ਤੇ ਸਾਰੇ ਸਿੱਖ ਤਾਂ ਖੁਸ਼ੀਆਂ ਮਨਾ ਰਹੇ ਹਨ। ਤੁਮ ਮਨ ਭੰਗ ਸੁਚੰਤ ਦਿਸਾਏ। ਤੇ ਤੁਸੀਂ ਦੋਵੇਂ ਜਾਣੇ ਸਹਿਤ ਚਿੰਤਾ ਦੇ ਦਿਸਦੇ ਹੋ, ਤੁਹਾਨੂੰ ਨਹੀਂ ਕੋਈ ਖੁਸ਼ੀ ਚੜੀ, ਤੁਹਾਡਾ ਮਨ ਬਹੁਤ ਦੁਖੀ ਲੱਗ ਰਿਹਾ ਹੈ। ਲੇਹੋ ਧਨ ਗਨ ਮਨ ਆਨੰਦ ਕਰੀਜੈ। ਮਹਾਰਾਜ ਕਹਿੰਦੇ ਦੁਖੀ ਨਾ ਹੋਵੇ ਜੇ ਤੁਹਾਨੂੰ ਕੋਈ ਵਿਚੋਲਗੀ ਦੇ ਲਾਗਦਾ, ਤੁਹਾਡਾ ਕੋਈ ਮਾਰਿਆ ਗਿਆ ਨਾ ਪੈਸਾ, ਵੀ ਤੁਹਾਨੂੰ ਇਉਂ ਲੱਗੇ ਵੀ ਰਿਸ਼ਤਾ ਨੇਪਰੇ ਨਹੀਂ ਚੜਿਆ, ਤੇ ਹੁਣ ਸਾਡਾ ਲਾਗ ਵਿੱਚ ਰਹਿ ਗਿਆ ਵਿਚੋਲਗੀ ਦਾ। ਤੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਦੁਖੀ ਨਾ ਹੋਵੋ, ਰਿਸ਼ਤਾ ਹੋਇਆ ਹੀ ਸਮਝੋ, ਤੇ ਜਿੰਨੀ ਮਾਇਆ ਚਾਹੀਦੀ ਹੈ ਗੁਰੂ ਘਰੋਂ ਤੁਸੀਂ ਲੈ ਸਕਦੇ ਹੋ। ਤੇ ਆਨੰਦ ਸਹਿਤ ਇੱਥੋਂ ਦੁਖੀ ਹੋ ਕੇ ਨਹੀਂ ਕੋਈ ਕਦੇ ਗਿਆ, ਤੁਸੀਂ ਖੁਸ਼ੀ ਖੁਸ਼ੀ ਇੱਥੋਂ ਜਾਣਾ, ਵਿਦਾ ਹੋਣਾ। ਇਸ ਘਰ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਚੰਦੂ ਕੋ ਬਿਰਤੰਤ ਕਹਿ ਦੀਜੈ। ਪਰ ਜੋ ਇੱਥੇ ਹੋਇਆ ਨਾ ਸਾਰਾ ਕੁਝ,
ਸਾਡੇ ਘਰ ਵਿੱਚ ਚੰਦੂ ਨੂੰ ਸਾਰਾ ਕੁਝ ਜਾ ਕੇ ਜ਼ਰੂਰ ਸੁਣਾ ਦਿਆ ਜੇ। ਜੋ ਸੰਜੋਗ ਵਿਧਾਤਾ ਜੋਰੰ। ਤੇ ਚੰਦੂ ਨੂੰ ਆਖਣਾ ਵੀ ਜਿਹੜਾ ਸੰਜੋਗ ਹੁੰਦਾ ਹੈ ਨਾ, ਰਿਸ਼ਤਾ ਕੋਈ, ਉਹ ਪਰਮੇਸ਼ਰ ਜੋੜਦਾ ਹੁੰਦਾ। ਜਿਹੜਾ ਸੰਜੋਗ ਕੋਈ ਪਰਮੇਸ਼ਰ ਨੇ ਜੋੜਿਆ ਹੁੰਦਾ ਹੈ, ਸੋਈ ਹੋਏ ਨਾ ਕਿਸ ਕੋ ਜੋਰੰ। ਕਿਸੇ ਦਾ ਜ਼ੋਰ ਨਹੀਂ ਚੱਲਦਾ। ਜਿੱਥੇ ਸੰਜੋਗ ਲਿਖਿਆ ਹੁੰਦਾ ਉਹੀ ਹੁੰਦਾ ਹੈ। ਕਿਸੇ ਦਾ ਧੱਕਾ ਜ਼ੋਰ ਨਹੀਂ ਕਦੇ ਚੱਲਦਾ ਹੁੰਦਾ। ਸਾਡੇ ਸਾਹਿਬਜ਼ਾਦੇ ਦਾ ਸੰਜੋਗ ਇਸ ਤਰ੍ਹਾਂ ਹੀ ਲਿਖਿਆ ਸੀ। ਤੋ ਚੰਦੂ ਦੇ ਹੰਕਾਰ ਕਰਕੇ ਟੁੱਟਣਾ ਸੀ। ਤੋ ਪਾਤਸ਼ਾਹ ਕਹਿੰਦੇ ਜਾ ਕੇ ਇਹ ਕਹਿ ਦੇਣਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ, ਚੰਦੂ ਪਰਮੇਸ਼ਰ ਦੀ ਲਿਖੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੈ। ਦਿਜਨੇ ਕਹਿਓ ਜੋਗਤਾ ਨਾਹੀ। ਤੇ ਹੁਣ ਬ੍ਰਾਹਮਣ ਵੀ ਸਾਧ ਸੰਗਤ ਜੀ ਉਸ ਤਰ੍ਹਾਂ ਸਿਦਕ ਵਾਲਾ ਸੀਗਾ, ਕਹਿੰਦਾ ਨਹੀਂ ਪਾਤਸ਼ਾਹ ਇਸ ਤਰ੍ਹਾਂ ਅਸੀਂ ਚੰਗੇ ਨਹੀਂ ਲੱਗਾਂਗੇ, ਜਿਸ ਬੰਦ ਤੁਮ ਸੋ ਹੋਏ ਜਾਹੀ। ਵੀ ਐ ਮਾਇਆ ਲੈਂਦੇ ਚੰਗੇ ਨਹੀਂ ਲੱਗਾਂਗੇ। ਵੀ ਚਲੋ ਜੇ ਤਾਂ ਹਰਗੋਬਿੰਦ ਸਾਹਿਬ ਨੂੰ ਚੰਦੂ ਦੀ ਧੀ ਦਾ ਰਿਸ਼ਤਾ ਨੇਪਰੇ ਚੜ ਜਾਂਦਾ, ਜੇ ਹੋ ਜਾਂਦਾ ਤਾਂ ਤੋ ਲੈਬੋ ਹਮਕੋ ਬਨ ਜਾਏ। ਹਾਂ, ਫਿਰ ਸਾਨੂੰ ਮਹਾਰਾਜ ਤੁਹਾਥੋਂ ਮਾਇਆ ਲੈਂਦੇ ਸੀ, ਸੋਹਣੇ ਵੀ ਲੱਗਦੇ ਸਾਂ। ਵੀ ਹੁਣ ਚੰਗੀ ਗੱਲ ਨਹੀਂ, ਅਸੀਂ ਰਿਸ਼ਤਾ ਚੜਿਆ ਨਹੀਂ ਨੇਪਰੇ ਪਾਤਸ਼ਾਹ, ਅਸੀਂ ਲਾਗ ਲੈਂਦੇ ਫਿਰੀਏ ਤੋ ਚੰਗੇ ਨਹੀਂ ਲੱਗਾਂਗੇ। ਜੇ ਰਿਸ਼ਤਾ ਹੋਇਆ ਹੁੰਦਾ ਗਰੀਬ ਨਵਾਜ ਤੇ ਅਸੀਂ ਜ਼ਰੂਰ ਮੂੰਹੋਂ ਮੰਗ ਮੰਗ ਕੇ ਅਸੀਂ ਰੱਜ ਰੱਜ ਕੇ ਤੁਹਾਥੋਂ ਲਾਗ ਲੈ ਕੇ ਜਾਂਦੇ। ਇਮ ਨਹਿ ਲੇਹ ਦੇਹੋ ਸਮਦਾਏ। ਤੋ ਮਹਾਰਾਜ ਜੀ ਨਹੀਂ, ਅਸੀਂ ਐ ਨਹੀਂ ਲਵਾਂਗੇ। ਠੀਕ ਹੈ, ਜਿੰਨੇ ਇੱਥੇ ਆਏ ਹੋਏ ਲਾਗੀ ਆਪ ਜੀ ਸਾਰਿਆਂ ਨੂੰ ਵੰਡ ਦਿਓ, ਖੁਸ਼ੀਆਂ ਮਨਾਓ ਜੀ। ਇਸ ਵਿਦ ਜਥਾ ਜੋਗ ਸਭ ਕੀਨ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਯਥਾ ਜੋਗ ਸੀ ਨਾ, ਚੰਗਾ ਸੀ, ਉਸੇ ਤਰ੍ਹਾਂ ਪਾਤਸ਼ਾਹ ਜੀਆਂ ਕੀਤਾ ਹੈ। ਸ੍ਰੀ ਅਰਜਨ ਸਤਿਗੁਰ ਪ੍ਰਬੀਨ। ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਹੁਤ ਸਿਆਣੇ ਹੈ। ਗਰੀਬ ਨਵਾਜ ਮਹਾਰਾਜੀਆਂ ਬ੍ਰਾਹਮਣਾਂ ਦਾ ਮਨ ਪੜ੍ਹ ਕੇ ਵੀ ਇਹਨਾਂ ਨੂੰ ਵੀ ਸਤਿਕਾਰ ਦਿੱਤਾ। ਆਖਿਆ ਤੁਹਾਡਾ ਕੋਈ ਦੋਸ਼ ਨਹੀਂ ਭਾਈ, ਇਹ ਤਾਂ ਪਰਮੇਸ਼ਰ ਦੀ ਵਿਧ ਬਣੀ ਹੋਈ ਹੈ, ਜਿਵੇਂ ਹੋਣਾ ਉਵੇਂ ਹੋਣਾ, ਨਾ ਸਾਨੂੰ ਤੁਹਾਡੇ ਤੇ ਕੋਈ ਗੁੱਸਾ ਹੈ। ਤੇ ਤੁਸੀਂ ਵੀ ਉੱਥੋਂ ਮੱਥੇ ਵੱਟ ਪਾ ਕੇ ਨਾ ਜਾਣਾ, ਖੁਸ਼ੀਆਂ ਮਨਾਉਂਦੇ। ਹਾਂ, ਜੇ ਮਾਇਆ ਦੀ ਲੋੜ ਹੈ, ਜੋ ਚਾਹੀਦਾ ਇੱਥੋਂ ਲਿਜਾ ਸਕਦੇ ਹੋ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਬਹੁਤ ਸਿਆਣੇ ਗਰੀਬ ਨਵਾਜ ਹਨ, ਕਿਉਂਕਿ ਸਾਰੇ ਸੰਸਾਰ ਨੂੰ ਚਲਾਉਣ ਵਾਲੇ ਹੈ। ਸੁਤ ਕੋ ਆਇਸ ਉਠਬੇ ਦਈ। ਆਖਿਆ ਹੈ ਹਰਗੋਬਿੰਦ ਸਾਹਿਬ ਦਾਦਾ ਚਲੋ ਆਪ ਜੀ ਹੁਣ ਆਪਣੇ ਘਰ ਨੂੰ, ਭਾਵ ਮਾਤਾ ਗੰਗਾ ਜੀ ਦੇ ਪਾਸ ਚਲੇ ਜਾਓ। ਸਭਾ ਸਰਬ ਨਿਜ ਨਿਜ ਥਲ ਗਈ। ਤੇ ਜਿੰਨੀ ਸਭਾ ਬੈਠੀ ਹੋਈ ਸਾਧ ਸੰਗਤ ਜੀ ਸਾਰੇ ਕੋਈ ਆਪਣੇ ਘਰਾਂ ਨੂੰ ਚਲਾ ਗਿਆ, ਜਾਂ ਆਪੋ ਆਪਣੇ ਜਿੱਥੇ ਕੋਈ ਸਰਾਵਾਂ ਤੰਬੂ ਲੱਗੇ ਸੀ, ਸਾਰੀ ਸੰਗਤ ਵੀ ਉੱਠ ਕੇ ਸਭਾ ਚੋਂ, ਹਰਿਮੰਦਰ ਸਾਹਿਬ ਤੋਂ ਇੱਥੋਂ ਉੱਠ ਕੇ ਦੀਵਾਨ ਚੋਂ ਸ਼ਗਨ ਪੈਣ ਤੋਂ ਬਾਅਦ ਆਪੋ ਆਪਣੇ ਕੰਮਾਂ ਕਾਰਾਂ ਸੇਵਾ ਨੂੰ ਲੱਗੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਇੱਥੋਂ ਉੱਠ ਕੇ ਤੇ ਮਾਤਾ ਗੰਗਾ ਜੀ ਦੇ ਪਾਸ ਗੁਰੂ ਕੇ ਮਹਿਲ ਪਹੁੰਚ ਗਏ। ਇਹ ਪਾਵਨ ਪਵਿੱਤਰ ਪ੍ਰਸੰਗ ਸਾਡੇ ਹਿਰਦੇ ਵਿੱਚ ਵਸੇ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਇਆ ਕਰਨ। ਅੱਗੇ ਜਿਵੇਂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵਿਆਹ ਦੀ ਖਾਲਸਾ ਦੀ ਤਿਆਰੀਆਂ ਹੋਣੀਆਂ, ਉਹ ਪ੍ਰਸੰਗ ਜਿਵੇਂ ਆਉਂਦਾ, ਆਪਾਂ ਨਿਤਾ ਪ੍ਰਤੀ ਸੁਣ ਕਰਕੇ ਲਾਹਾ ਪ੍ਰਾਪਤ ਕਰੀਏ। ਇੱਥੇ ਸਮਾਪਤੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੁਤ ਕੋ ਆਇਸ ਉਠਬੇ ਦਈ। ਸਭਾ ਸਰਬ ਨਿਜ ਨਿਜ ਥਲ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।